ਤੁਸੀਂ ਕਿੱਦਾਂ ਸ਼ੋਅ ਕਿ ਬੀਜੇਪੀ ਦੇ ਦੋਨੋਂ ਬੰਦੇ ਨੇ ਤੁਸੀਂ ਕਿਸ ਤਰੀਕੇ ਨਾਲ ਸ਼ੋਅ ਕਰ ਸਕਦੇ ਹੋ? ਤੁਸੀਂ ਮੈਨੂੰ ਦੱਸੋ, ਮੈਂ ਘੰਟਾ ਤੁਹਾਨੂੰ ਭਾਸ਼ਣ ਕੀਤਾ ਵੀ ਲੱਖਾ ਸਿਧਾਣੇ ਨੂੰ ਫੜੇ। ਹਿੰਦੁਸਤਾਨ ਦੀ ਏਜੰਸੀਆਂ ਨਹੀਂ ਫੜ ਸਕਦੀਆਂ, ਇਹਨਾਂ ਨੇ ਪਾਕਿਸਤਾਨ ਨਾਲ ਸਵਾਲ ਲੜਨਾ, ਚਾਈਨਾ ਨਾਲ ਸਵਾਲ ਲੜਨਾ। ਇੱਕ ਲੱਖਾ ਸਿਧਾਣਾ ਫਿਰ ਤਾਂ ਪਾਕਿਸਤਾਨ ਲੱਖਾ ਸਿਧਾਣਾ ਚਲਾ ਗਿਆ ਤੇ ਲੱਖਾ ਸਿਧਾਣਾ ਹਿੰਦੁਸਤਾਨ ਤੇ ਵੀ ਕਬਜ਼ਾ ਕਰ ਲੂ। ਉਹ ਦੀਪ ਸਿੱਧੂ ਨੂੰ ਲੀਡਰ ਬਣਾਇਆ, ਦੀਪ ਸਿੱਧੂ ਫੇਲ ਹੋ ਗਿਆ, ਲੱਖੇ ਸਿਧਾਣੇ ਨੂੰ ਬਣਾ ਰਹੇ ਨੇ ਮੁੜ ਕੇ, ਇਹਨੂੰ ਫੜ ਕੇ ਇਹਨੂੰ ਵੀ ਅੰਦਰ ਦੇ ਕੇ ਇਹਨੂੰ ਜ਼ੀਰੋ ਕਰ ਦੇਣਗੇ। ਜਦੋਂ ਦੀਪ ਸਿੱਧੂ ਬਾਹਰ ਆ ਜਾਏਗਾ ਲੱਖਾ ਸਿਧਾਣਾ ਫੜ ਲੈਣਗੇ। ਕਿ ਦੀਪ ਸਿੱਧੂ ਸਵਾਲ ਤਾਂ ਸੀ 3 ਕਾਨੂੰਨਾਂ ਦਾ, ਜਿਹੜੇ ਤਲਵਾਰ ਬਣ ਕੇ ਕਿਸਾਨਾਂ ਦੇ ਗਲ 'ਚ ਲਟਕੇ ਹੋਏ ਨੇ। ਤੇ ਤੇਰਾ ਫੈਡਰਲ ਢਾਂਚਾ ਇੱਥੇ ਕਿੱਥੇ ਆ ਗਿਆ? ਕੋਈ ਇਹ ਫੈਡਰਲ ਢਾਂਚੇ ਦੀ ਡਿਬੇਟ ਸੀ ਜਾਂ ਫੈਡਰਲ ਢਾਂਚੇ ਵਾਸਤੇ ਤੇਰਾ ਮੋਰਚਾ ਲੱਗਿਆ? ਤੇ ਜਿਹੜਾ ਤੂੰ ਫੈਡਰਲ ਕਰਕੇ ਤੇ ਉਹਦੇ ਝੰਡੇ ਚੜਾਉਂਦਾ ਫਿਰਦਾ ਤੇ ਤੇਰਾ ਮਤਲਬ ਇਹ ਤੈਨੂੰ ਸਰਕਾਰ ਨੇ ਜੋ ਤੈਨੂੰ ਡਿਊਟੀ ਦਿੱਤੀ ਸੀ, ਜਾਂ ਤਾਂ ਤੂੰ ਡਿਊਟੀ ਕਰ ਲਈ ਤੇ ਕਾਮਯਾਬ ਹੋ ਗਿਆ, ਤੇ ਜਾਂ ਫਿਰ ਤੂੰ ਟਰੈਪ ਹੋ ਗਿਆ ਪੁੱਤਰਾ ਤੇ ਜੇਲ੍ਹ 'ਚ ਬੈਠਾ। ਸ਼ੰਭੂ ਮੋਰਚਾ ਵੀ ਟਰੈਪ ਸੀ ਇੱਕ, ਬਿਲਕੁਲ ਬਿਗੇਸਟ ਟਰੈਪ। ਤੂੰ ਬੰਬਈ ਛੱਡ ਕੇ ਆ ਕੇ ਤੇ ਸ਼ੰਭੂ ਬਹਿ ਜਾਣਾ, ਮੋਰਚਾ ਲਾ ਦੇਣਾ, ਤੂੰ ਫਿਰ ਤੂੰ 3 ਕਾਨੂੰਨਾਂ ਦੀ ਗੱਲ ਨਹੀਂ ਕਰਦਾ, ਤੂੰ ਗੱਲ ਕਰਨਾ ਫੈਡਰਲ ਢਾਂਚੇ ਦੀ। ਕੋਈ ਚਿੱਠੀ ਨਹੀਂ, ਇਹਨੂੰ WhatsApp ਤੇ ਜੋ ਭੇਜਦੇ ਸੀ ਮੋਬਾਈਲ ਤੇ ਵੀ ਆਹ ਬੋਲਣਾ ਉਹੀ ਇਹ ਭਾਸ਼ਣ ਕਰਦਾ ਸੀ ਸ਼ੰਭੂ ਮੋਰਚੇ ਤੇ। ਬਿਲਕੁਲ। ਇੱਥੇ ਪ੍ਰੈਸ ਕਾਨਫਰੰਸ ਤਾਂ ਮੂੰਹ ਨਹੀਂ ਖੋਲਿਆ, ਇੱਥੇ ਬੋਲ ਨਹੀਂ ਸਕਿਆ ਚੰਡੀਗੜ੍ਹ 'ਚ। ਕੀ ਹੋ ਗਿਆ ਇਹਨੂੰ? ਫਿਰ ਇਹ ਯੂਥ ਹੀ ਤਾਂ ਸੀ ਜਿਹਨਾਂ ਨੇ 26 ਜਨਵਰੀ ਤੇ ਸਾਰਾ ਪੁਆੜਾ ਪਵਾਇਆ। ਅਗਰ ਯੂਥ ਨਾ ਇਹ ਪੌੜਾ ਪਾਉਂਦੀ ਤੇ ਮੋਰਚਾ ਤਾਂ 27 ਨੂੰ ਜਿੱਤਿਆ ਗਿਆ ਸੀ। ਨਾਲੇ ਨਿਸ਼ਾਨ ਸਾਹਿਬ ਦਾ ਉੱਥੇ 3 ਕਾਨੂੰਨਾਂ ਨਾਲ ਨਿਸ਼ਾਨ ਸਾਹਿਬ ਚੜਾਉਣ ਦਾ ਕੀ ਮਤਲਬ? ਮੈਨੂੰ ਦੱਸੋ। ਜੇ ਇੰਨੀ ਹਿੰਮਤ ਸੀ ਤੇ ਜੇ ਇਹ ਭਾਵਨਾ ਸੀਗੀ ਤੇ ਫਿਰ ਚੜਾ ਕੇ ਨਿਸ਼ਾਨ ਸਾਹਿਬ ਤੇ ਉੱਥੇ ਬਹਿੰਦੇ ਤੇ ਕੁਰਬਾਨੀਆਂ ਦਿੰਦੇ। ਜਦੋਂ ਯੂਥ ਅਟਰੈਕਟ ਕਰ ਰਿਹਾ, ਯੂਥ ਭੱਜ ਕੇ ਉਹਦੇ ਨਾਲ ਚਲੇ ਗਏ। ਜਦ ਹੁਣ ਸਿਆਸਤਦਾਨ ਕਿੱਥੇ ਨੇ? ਹੁਣ ਦੀਪ ਸਿੱਧੂ ਨੂੰ ਜਾ ਕੇ ਛਡਾ ਦੇਣ ਉਹੀ ਸਿਆਸਤਦਾਨ ਜਿਹੜੇ ਨਾਲ ਗਏ ਸੀ। ਗੱਲ ਇਹ ਵੀ ਕੀਤੀ ਜਾਂਦੀ ਕਿ ਲੱਖੇ ਸਿਧਾਣਾ ਦੀਪ ਸਿੱਧੂ ਨਾਲ ਲੈ ਕੇ ਚੱਲਣਾ ਚਾਹੀਦਾ, ਜੇ 32 ਚਦੇ ਆਹੋ ਨਾਲ ਲੈ ਕੇ ਚੱਲਣਾ ਚਾਹੀਦਾ। ਜਿਹੜਾ ਬੇੜਾ ਇਹਨਾਂ ਤੋਂ ਨਹੀਂ ਘਰ ਕੀਤਾ ਦੁਬਾਰਾ ਫਿਰ ਕਰ ਦੇਣ। ਲੱਖੇ ਸਿਧਾਣਾ ਦੀ ਰੈਲੀ ਹੋਈ ਸੀ ਮਹਿਰਾਜ ਦੇ ਵਿੱਚ, ਕਾਫੀ ਇਕੱਠ ਕੇ ਉੱਥੇ ਹੋਇਆ ਸੀ, ਬਹੁਤ ਵੱਡਾ ਇਕੱਠ ਸੀ ਉੱਥੇ ਕਾਫੀ ਇਕੱਠ ਹੋਇਆ ਸੀ। ਕਹਿੰਦੇ ਸੀ ਕਿ ਨੌਜਵਾਨ ਜਿਹੜਾ ਹੈਗਾ ਲੱਖੇ ਸਿਧਾਣਾ ਦੀ ਸਪੋਰਟ ਵਿੱਚ ਹੈਗਾ। ਮੇਰੇ ਤੇ 1 ਲੱਖ ਰੁਪਏ ਦਾ ਨਾਮ ਹੋਵੇ, 1 ਲੱਖ ਰੁਪਏ ਦਾ ਨਾਮ, ਔਰ ਕਿਹਦੇ ਦੁਆਰਾ ਨਾਮ ਹੋਵੇ? ਕਿਸੇ SSP ਦੁਆਰਾ ਨਹੀਂ, ਗੌਰਮੈਂਟ ਆਫ ਇੰਡੀਆ ਵੱਲੋਂ। ਤੇ ਸਾਰੇ ਏਜੰਸੀਆਂ ਜਿਹੜੀਆਂ ਨੇ ਮੇਰੇ ਪਿੱਛੇ ਲੱਗੀਆਂ ਹੋਣ ਤੇ ਮੈਂ ਸ਼ਰੇਆਮ 3 ਦਿਨ ਫੇਸਬੁੱਕ ਤੇ ਆ ਕੇ ਲਾਈਵ ਕਹਿਣਾ ਕਿ ਮੈਂ ਉੱਥੇ ਆਊਂਗਾ ਔਰ ਭਾਸ਼ਣ ਦਿਆਂਗਾ। ਅੱਜ ਤੱਕ ਤੁਹਾਨੂੰ ਫਿਰ ਨਹੀਂ ਫੜ ਸਕਿਆ। ਤੇ ਕਿਹਨੂੰ ਬੇਵਕੂਫ ਬਣਾ ਰਹੇ ਜੇ? whom you are trying to fool? ਸ਼ੰਭੂ ਮੋਰਚਾ ਲੱਗਿਆ ਸੀ, ਤੁਹਾਨੂੰ ਫੋਨ ਆਇਆ ਸੀ ਦੀਪ ਸਿੱਧੂ ਵੱਲੋਂ ਕਿ ਤੁਸੀਂ ਵੀ ਆਓ ਤੇ ਆਪਣੀ ਹਾਜ਼ਰੀ ਲਗਾਓ ਸ਼ੰਭੂ ਮੋਰਚੇ 'ਚ। ਅੰਡਰਗਰਾਊਂਡ ਹੋ ਕੇ ਜਦੋਂ ਜੀਰਕਪੁਰ ਆਇਆ ਤੇ ਮੇਰੇ ਬੇਟੇ ਨੂੰ ਦੀਪ ਸਿੱਧੂ ਨੇ ਕਿਸੇ ਤੋਂ ਟੈਲੀਫੋਨ ਕਰਾਇਆ। ਦੀਪ ਸਿੱਧੂ ਨੂੰ ਜਾਣ ਬੁੱਝ ਕੇ ਲਿਆ ਕੇ ਸ਼ੰਭੂ ਬੈਰੀਅਰ ਤੇ ਪਲਾਂਟ ਕੀਤਾ ਗਿਆ। ਯੂਥ ਨੇ ਤਾਂ ਭਜਾਇਆ ਉਹਨੂੰ ਫਿਰ ਦਿੱਲੀ ਤੋਂ। ਜੇ ਯੂਥ ਉਹਦੇ ਨਾਲ ਸੀ ਤੇ ਦਿੱਲੀ ਤੋਂ ਯੂਥ ਉਹਨੂੰ ਭਜਾਉਂਦੀ ਕਿਵੇਂ ਮੋਟਰਸਾਈਕਲ ਤੇ ਭੱਜਿਆ? ਕਿਸਾਨ ਯੂਨੀਅਨ ਦੇ ਜਿਹੜੇ ਲੀਡਰ, ਮੈਂ ਉਹਨਾਂ ਨੂੰ ਮੇਰੀ ਸਲਾਮ ਹੈ, ਉਹ ਬਿਲਕੁਲ ਕਿਸੇ ਵੀ ਕਿਸਮ ਨਾਲ ਇਹਨਾਂ ਦੇ ਟਰੈਪ 'ਚ ਨਹੀਂ ਆਏ। ਸਤਿ ਸ਼੍ਰੀ ਅਕਾਲ ਦੋਸਤੋ, ਪੰਜਾਬ ਨਿਊਜ਼ 'ਤੇ ਤੁਹਾਡਾ ਸਭ ਦਾ ਸਵਾਗਤ ਹੈ। ਕਹਿੰਦੇ ਜੇ ਸਿਆਸਤ ਨੂੰ ਸਮਝਣਾ ਹੁੰਦਾ ਹੈ ਤਾਂ ਇੱਕ ਤਜਰਬੇਕਾਰ ਸਿਆਸਤਦਾਨ ਦੀ ਲੋੜ ਪੈਂਦੀ ਹੈ ਕਿ ਸਾਰੇ ਰੋਲ ਨੂੰ ਸਮਝਿਆ ਜਾ ਸਕੇ ਵੀ ਕਿਸ ਤਰੀਕੇ ਨਾਲ ਪਾਰਟੀਆਂ ਆਪਣੇ ਪੈਰ ਜਮਾਉਣ ਵਾਸਤੇ ਬੰਦੇ ਨੂੰ ਮੈਦਾਨ ਵਿੱਚ ਉਤਾਰਦੀਆਂ ਨੇ। ਆਪਾਂ ਦੇਖਿਆ ਸੀ ਕੁਝ ਸਮਾਂ ਪਹਿਲਾਂ ਹੀ ਮਨਜਿੰਦਰ ਸਿੰਘ ਸਿਰਸਾ ਵੀ ਕਹਿ ਦਿੰਦੇ ਨੇ ਕਿ ਦੀਪ ਸਿੱਧੂ ਨੂੰ ਰਿਹਾ ਕਰਵਾਉਣ ਵਾਸਤੇ ਕਿਸੇ ਵੀ ਹੱਦ ਤੱਕ ਲਗਾ ਸਕਦੇ ਨੇ। ਸਾਡੇ ਸੇ ਮੌਜੂਦ ਨੇ ਕੈਪਟਨ ਚੰਨਨ ਸਿੰਘ, ਜੋ ਕਿ ਕਾਫੀ ਲੰਮਾ ਤਜਰਬਾ ਰੱਖਦੇ ਨੇ ਸਿਆਸਤ ਦੇ ਵਿੱਚ। ਕਹਿੰਦੇ ਸਿਆਸਤ ਨੂੰ ਸਮਝਣਾ ਹੋਵੇ ਤਾਂ ਸਿਆਸਤਦਾਨ ਹੀ ਸਮਝਾ ਸਕਦਾ ਕਿ ਕਿਹੜੀ ਚੀਜ਼ਾਂ ਤੇ ਗੱਲਾਂ ਹੁੰਦੀਆਂ ਪਈਆਂ ਨੇ। 2022 ਜੋ ਹੈ ਬਿਲਕੁਲ ਨਜ਼ਦੀਕ ਆ ਰਹੀ ਹੈ, ਚੋਣਾਂ ਨੇੜੇ ਨੇ, ਪਰ ਇਸ ਸਮੇਂ ਪੰਜਾਬ ਨੂੰ ਲੈ ਕੇ ਕੀ ਕੋਈ ਕੀਤਾ ਜਾ ਸਕਦਾ ਹੈ? ਕੀ ਕੋਈ ਸਿਆਸੀ ਪਾਰਟੀ ਲੈ ਕੇ ਭੇਖਵਾਨੀ ਕੀਤੀ ਜਾ ਸਕਦੀ ਹੈ? ਪਿੱਛੇ ਜਾਵਾਂਗੇ, ਸ਼ੰਭੂ ਮੋਰਚੇ ਦੀ ਵੀ ਗੱਲ ਕਰਾਂਗੇ। ਸਾਡੇ ਮੌਜੂਦ ਨੇ ਕੈਪਟਨ ਚੰਨਨ ਸਿੰਘ, ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ। ਕੈਪਟਨ ਸਾਹਿਬ ਵਾਹਿਗੁਰੂ ਸਾਹਿਬ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕੈਪਟਨ ਸਾਹਿਬ, ਇਹ ਪਹਿਲਾ ਸਵਾਲ ਇਹੀ ਹੈ, ਜਿਸ ਤਰੀਕੇ ਨਾਲ ਸਿਆਸਤ ਚੱਲਦੀ ਪਈ ਇਸ ਸਮੇਂ, 2 ਬਿਆਨ ਆ ਜਾਂਦੇ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ। ਮਨਜਿੰਦਰ ਸਿੰਘ ਸਿਰਸਾ ਕਹਿੰਦੇ ਨੇ ਕਿ ਦੀਪ ਸਿੱਧੂ ਨੂੰ ਅਸੀਂ ਜੇਲ੍ਹ ਤੋਂ ਬਾਹਰ ਕਢਾਵਾਂਗੇ, ਸਾਡੀ ਗੱਲਬਾਤ ਹੋ ਚੁੱਕੀ ਹੈ। ਵਿਕਰਮ ਸਿੰਘ ਮਜੀਠੀਆ ਕਹਿੰਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਕਿਸੇ ਵੀ ਪੱਖੋਂ ਕੋਈ ਵੀ ਸਪੋਰਟ ਨੂੰ ਨਹੀਂ ਕਰਦਾ, ਪਾਰਟੀ ਇੱਕ ਹੈ, ਬਿਆਨ ਅਲੱਗ-ਅਲੱਗ ਨੇ। ਜਿਹੜਾ ਮਨਜਿੰਦਰ ਸਿੰਘ ਸਿਰਸਾ ਹੈ ਜੀ, ਕਹਿੰਦਾ ਸਾਡੀ ਗੱਲਬਾਤ ਹੋ ਚੁੱਕੀ ਹੈ, ਤੇ ਉਹ ਦੱਸੇ ਵੀ ਕਿਹਦੇ ਨਾਲ ਗੱਲਬਾਤ ਹੋਈ ਹੈ। ਦੀਪ ਸਿੱਧੂ ਨੂੰ ਛਡਾਉਣ ਵਾਸਤੇ ਤੂੰ ਪੂਰਾ ਜ਼ੋਰ ਲਾ ਦੇਗਾ, ਇਹ ਲਾ ਦੇਗਾ। ਦੇਖੋ, ਦੀਪ ਸਿੱਧੂ ਪਲਾਂਟ ਹੈ RSS ਦਾ। ਦੀਪ ਸਿੱਧੂ ਨੂੰ ਪਲਾਂਟ ਕਰਕੇ ਇਸ ਮੋਰਚੇ ਨੂੰ ਟਾਰਪੀਡੋ ਕਰਨ ਵਾਸਤੇ ਸ਼ੰਭੂ ਮੋਰਚਾ ਲਗਾਇਆ ਗਿਆ। ਸ਼ੰਭੂ ਮੋਰਚੇ 'ਚ ਇੰਟੈਲੀਜੈਂਸ ਏਜੰਸੀਆਂ ਨੇ ਉਹਦੀ ਮਦਦ ਕੀਤੀ। ਮਨਜਿੰਦਰਜੀਤ ਸਿੰਘ ਸਿਰਸਾ ਜਿਹੜਾ ਸਿਰਸਾ ਜਿਹੜਾ ਹੈ, ਇਹ ਖੁਦ BJP ਦਾ MLA ਫੁੱਲ ਦੀ ਟਿਕਟ 'ਤੇ ਜਿੱਤਿਆ ਹੋਇਆ। ਇਹ ਦੋਨੋਂ ਹੀ ਬੰਦੇ ਇਹ ਜਿਹੜੇ ਸੀ ਇਹ ਛੱਡੇ ਗਏ ਸੀ। ਦੇਖੋ,
ਸਿਰਸੇ ਦਾ ਤੁਸੀਂ ਰੋਲ ਨਹੀਂ ਦੇਖਿਆ ਸ਼ਾਇਦ, ਸ਼ੁਰੂ ਤੋਂ ਦੇਖੋ ਇਹਦਾ ਰੋਲ। ਪਹਿਲਾਂ ਇਹਨੇ ਕਿਉਂਕਿ ਅੰਦਰ ਵੜਨਾ ਚਾਹੁੰਦਾ ਸੀ ਮੋਰਚੇ ਦੇ ਵਿੱਚ, ਅੰਦਰ ਇੰਟਰਵਿਊਡ ਕਰਨਾ ਚਾਹੁੰਦਾ ਸੀ, ਤੇ ਇਹਨੇ ਆਪਦੇ ਲੰਗਰ ਲਾਏ, ਇਹ ਲਾਏ, ਉਹ ਲਾਏ। ਉਸ ਤੋਂ ਬਾਅਦ ਇਹਦਾ ਰੋਲ ਥੋੜ੍ਹਾ ਵਾਈਡਨ ਹੋ ਗਿਆ ਕਿ ਜਿੱਥੇ ਵੀ ਪੁਲਿਸ ਰੋਕਦੀ ਸੀ ਲੋਕਾਂ ਨੂੰ, ਇਹ ਭੱਜ ਕੇ ਉੱਥੇ ਜਾਂਦਾ ਸੀ। ਇਹਨੂੰ ਮੇਰੇ ਖਿਆਲ ਤੋਂ ਘੱਟੋ ਘੱਟ 10 ਜਗ੍ਹਾ ਤੇ ਅਰੈਸਟ ਕੀਤਾ ਗਿਆ। ਇਹਨੂੰ ਉਸ ਵੇਲੇ ਗੱਡੀ 'ਚ ਬਿਠਾ ਕੇ ਬਹਿਸ ਬੜੀਆਂ ਕਰਦਾ ਸੀ ਪੁਲਿਸ ਵਾਲਿਆਂ ਨਾਲ, ਆਰਗੂਮੈਂਟ ਕਰਦਾ ਸੀ, ਤੇ ਬਾਕੀ ਕੋਈ ਹੋਰ ਆਰਗੂਮੈਂਟ ਕਰੇ ਅਗਲੇ 4 ਛਿੱਤਰ ਮਾਰ ਕੇ ਗੱਡੀ 'ਚ ਬਿਠਾ ਕੇ ਲੈ ਜਾਂਦੇ ਨੇ ਬੰਨ੍ਹ ਕੇ। ਇਹ ਆਰਗੂਮੈਂਟ ਕਰਕੇ ਫਿਰ ਇਹਨੂੰ ਅਰੈਸਟ ਕਰ ਲੈਂਦੇ ਸੀ, ਫਿਰ ਛੱਡ ਪਤਾ ਨਹੀਂ ਕਦੋਂ ਦਿੰਦੇ ਸੀ, ਇਹ ਨਹੀਂ ਪਤਾ ਲੱਗਿਆ ਅੱਜ ਤੱਕ ਵੀ ਤੈਨੂੰ ਅਰੈਸਟ ਫੜ ਕੇ ਤਾਂ ਲੈ ਗਏ, ਫਿਰ ਤੈਨੂੰ ਛੱਡਿਆ ਕਦੋਂ। ਫਿਰ ਘੰਟੇ ਕੁ ਬਾਅਦ ਛੱਡ ਕੇ ਤੇ ਕਿਤੇ ਹੋਰ ਹੁੰਦਾ ਸੀ। ਜਿਵੇਂ ਇਹਨਾਂ ਦਾ ਰੋਲ ਸੀ, ਇਹ ਹਰ ਮੋਰਚੇ ਤੇ ਹਰ ਸੜਕ ਤੇ ਪਹੁੰਚ ਜਾਂਦਾ ਸੀ 2-2 3-3 ਘੰਟਿਆਂ 'ਚ। ਕਦੀ ਇਹ ਪੀਲੀਭੀਤ ਪਹੁੰਚ ਗਿਆ, ਕਦੀ ਇਹ ਸਿੰਘੂ ਬਾਰਡਰ ਤੇ ਪਹੁੰਚ ਗਿਆ, ਕਦੀ ਇਹ ਟਿਕਰੀ ਬਾਰਡਰ ਤੇ ਪਹੁੰਚ ਗਿਆ, ਕਦੀ ਇਹ ਰਾਜਸਥਾਨ ਬਾਰਡਰ ਤੇ ਪਹੁੰਚ ਗਿਆ। ਕਿਤੇ ਐਸੀ ਜਗ੍ਹਾ ਨਹੀਂ ਹੈ ਜਿੱਥੇ ਮਨਜਿੰਦਰ ਸਿੰਘ ਸਿਰਸਾ ਨਹੀਂ ਪਹੁੰਚਿਆ। ਹੀ ਇਜ਼ ਅ ਰਾਈਟ ਹੈਂਡ ਮੈਨ। ਜਿਹਦਾ ਫੁੱਲ ਦੇ ਜਿੱਤਿਆ ਹੀ ਫੁੱਲ ਦੇ ਹੈ, ਬੀਜੇਪੀ ਦਾ MLA, ਸਿਟਿੰਗ MLA ਹੈ, ਉਹਦੇ ਸ਼ੱਕ ਦੇ ਮੈਨੂੰ ਕੀ ਸਵਾਲ ਹੈ। ਉਹ ਸਿਰਫ ਇਹਨੂੰ ਯੂਜ਼ ਕੀਤਾ ਜਾ ਰਿਹਾ ਸੀ। ਸਿਮਿਲਰਲੀ ਦੀਪ ਨੂੰ ਪਲਾਂਟ ਕੀਤਾ ਗਿਆ। ਮੈਨੂੰ ਇਹ ਦੱਸੋ ਵੀ ਜਦੋਂ ਸ਼ੰਭੂ ਦਾ ਮੋਰਚਾ ਲੱਗਿਆ ਤੇ ਸਾਰੇ ਪੰਜਾਬ 3 ਮਹੀਨੇ ਤੋਂ ਪਹਿਲਾਂ ਮੋਰਚਾ ਲੱਗਿਆ ਹੋਇਆ ਸੀ ਨਾ, ਚੱਪੇ ਤੇ ਸਾਰਾ ਉਹਨਾਂ ਨੇ ਬੰਦ ਕੀਤੇ ਹੋਏ ਸੀ, ਟੋਲ ਬੰਦ ਕੀਤੇ ਹੋਏ ਸੀ, ਨਹਿਰੂ ਆਪਣਾ ਉਹਦੇ ਪੰਪ ਰਿਲਾਇੰਸ ਦੇ ਬੰਦ ਕੀਤੇ ਹੋਏ ਸੀ, ਸੈਲੋਜ਼ ਬੰਦ ਕੀਤੇ ਹੋਏ ਸੀ, ਉਹਨਾਂ ਦੀਆਂ ਮਾਲਸ ਬੰਦ ਕੀਤੀਆਂ ਹੋਈਆਂ ਸੀ, ਟ੍ਰੇਨਾਂ ਬੰਦ ਕੀਤੀਆਂ ਹੋਈਆਂ ਸੀ। ਉਦੋਂ ਦੀਪ ਸਿੱਧੂ ਕਿੱਥੇ ਸੀ? ਦੀਪ ਸਿੱਧੂ ਨੂੰ ਜਾਣ ਬੁੱਝ ਕੇ ਲਿਆ ਕੇ ਸ਼ੰਭੂ ਬੈਰੀਅਰ ਤੇ ਪਲਾਂਟ ਕੀਤਾ ਗਿਆ। ਸ਼ੰਭੂ ਤੇ ਆਪਣਾ ਮੋਰਚਾ ਲਾ ਲਿਆ ਤੇ ਮੁੜ ਕੇ ਇੰਟੈਲੀਜੈਂਸ ਏਜੰਸੀਆਂ ਨੇ ਹੀ ਕਰਾਊਡ ਇਕੱਠੀ ਕੀਤੀ, ਬੰਦੇ ਭੇਜੇ, ਯੂਥ ਉਹਦੇ ਨਾਲ ਹੈ, ਯੂਥ ਇਹਦੇ ਨਾਲ ਹੈ। 500 ਯੂਥ ਨੇ ਤਾਂ ਭਜਾਇਆ ਉਹਨੂੰ ਫਿਰ ਦਿੱਲੀ ਤੋਂ। ਜੇ ਯੂਥ ਉਹਦੇ ਨਾਲ ਸੀ ਤੇ ਦਿੱਲੀ ਤੋਂ ਯੂਥ ਉਹਨੂੰ ਭਜਾਉਂਦੀ ਕਿਵੇਂ ਮੋਟਰਸਾਈਕਲ ਤੇ ਭੱਜਿਆ ਉਹ, ਕਿਵੇਂ ਲੋਕੀ ਕਾਰਾਂ ਦੇ ਲੱਗੇ ਪਿੱਛੇ, ਕਿਵੇਂ ਇਹਨੂੰ ਗਾਲਾਂ ਪਈਆਂ, ਕਿਵੇਂ ਇਹਨੂੰ ਨਫ਼ਰਤ ਕਰਦੇ ਪੰਜਾਬ 'ਚ ਲੋਕੀ। ਜੇ ਯੂਥ ਉਹਦੇ ਨਾਲ ਸੀ ਤੇ ਫਿਰ ਹੁਣ ਲੋਕੀ ਨਫ਼ਰਤ ਕਿਉਂ ਕਰਦੇ? ਉਹ ਯੂਥ ਕਿੱਥੇ ਗਈ? ਉਹੀ ਜਿਹੜੀਆਂ ਇੰਟੈਲੀਜੈਂਸ ਏਜੰਸੀਆਂ ਦੇ ਬੰਦੇ ਨੇ, ਉਹ ਜਿਹੜਾ ਦੇਖੋ ਸਰਕਾਰਾਂ ਬਹੁਤ ਵੱਡੀ ਚੀਜ਼ ਹੁੰਦੀਆਂ। ਕੋਈ ਸਰਕਾਰ ਐਡੇ ਵੱਡੇ ਕੰਟਰੀ ਨੂੰ, ਦੁਨੀਆ ਦਾ ਸਭ ਤੋਂ ਵੱਡੀ ਡੈਮੋਕ੍ਰੇਸੀ ਨੂੰ ਅਗਰ ਸਰਕਾਰ ਚਲਾ ਰਹੀ ਹੈ ਤਾਂ ਉਹਨਾਂ ਕੋਲ ਕਿੰਨੇ ਕੁ ਸਾਧਨ ਨੇ, ਉਹਨਾਂ ਦੀਆਂ ਕਿੰਨੀਆਂ ਏਜੰਸੀਆਂ ਨੇ, ਉਹ ਕਿਵੇਂ ਫੰਕਸ਼ਨ ਕਰਦੀਆਂ ਨੇ, ਕਿਵੇਂ ਉਹ ਰਾਜ ਕਰਦੀਆਂ ਨੇ, ਕਿਵੇਂ ਉਹਨਾਂ ਨੇ ਇਸ ਮੂਵਮੈਂਟ ਨੂੰ ਦੇਖਿਆ, ਕਿਵੇਂ ਇਸ ਮੂਵਮੈਂਟ ਨੂੰ ਸਬੋਟਾਜ ਕਰਨ ਦੀ ਕੋਸ਼ਿਸ਼ ਕੀਤੀ। ਮੈਂ ਤਾਂ ਕਹਿੰਦਾ ਹੈਡਸ ਆਫ ਟੂ ਦੀਜ਼ ਲੀਡਰਸ, ਕਿਸਾਨ ਯੂਨੀਅਨ ਦੇ ਜਿਹੜੇ ਲੀਡਰਸ ਨੇ, ਮੈਂ ਉਹਨਾਂ ਨੂੰ ਮੇਰੀ ਸਲਾਮ ਹੈ, ਉਹ ਬਿਲਕੁਲ ਕਿਸੇ ਵੀ ਕਿਸਮ ਨਾਲ ਇਹਨਾਂ ਦੇ ਟਰੈਪ 'ਚ ਨਹੀਂ ਆਏ। 32 ਦੇ 32 ਫਿਰ 26 ਤਰੀਕ ਨੂੰ ਜੋ ਘਟਨਾ ਵਾਪਰਦੀ ਹੈ, ਟਰੈਪ ਦੀ ਵੀ ਜ਼ਿਕਰ ਕੀਤਾ ਜਾਂਦਾ ਕਿ ਇੱਕ ਟਰੈਪ ਵਿਛਾਇਆ ਗਿਆ ਸੀ ਪੁਲਿਸ ਵੱਲੋਂ। ਬਿਲਕੁਲ 26 ਤਰੀਕ ਦਾ ਟਰੈਕ ਤਾਂ ਸ਼ਾਮ ਨੂੰ 8 ਵਜੇ 8:30 ਵਜੇ ਸਿੰਘੂ ਦੇ ਸਟੇਜ ਕੈਪਚਰ ਕਰਕੇ ਸ਼ੁਰੂ ਹੋ ਗਿਆ ਸੀ। ਕੈਪਚਰ ਸਟੇਜ ਕੀਤੀ ਜਾਂਦੀ ਹੈ ਔਰ ਉੱਥੇ ਅਨਾਉਂਸਮੈਂਟ ਕੀਤੀ ਜਾਂਦੀ ਹੈ ਔਰ ਦੀਪ ਸਿੱਧੂ ਕਹਿੰਦਾ ਚੈੱਕ ਕਰੋ ਕਿ 1.5 ਕਿਲੋਮੀਟਰ ਤੱਕ ਮਾਈਕ ਸੁਣਦੇ ਨੇ। ਉੱਥੋਂ ਬੰਦਾ ਟੈਲੀਫੋਨ ਕਰਦਾ, ਹਾਂ ਸੁਣ ਰਹੇ ਨੇ ਮਾਈਕ, ਔਰ ਫਿਰ ਉਹਦਾ ਗਿਣਿਆ ਮਿਣਿਆ ਜਿਹੜਾ ਭਾਸ਼ਣ ਉਹ ਕੀਤਾ ਜਾਂਦਾ। ਭਾਸ਼ਣ ਕਰਕੇ ਬੰਦਿਆਂ ਨੂੰ ਭੜਕਾਇਆ ਜਾਂਦਾ, ਭੜਕਾ ਕੇ ਤੇ ਦੇਖੋ ਜਥੇਬੰਦੀਆਂ ਆਪਦਾ ਪੁਲਿਸ ਨਾਲ ਉਹਨਾਂ ਰੂਟ ਤੈਅ ਕਰ ਲਿਆ। ਉਹ ਚਾਹੁੰਦੀਆਂ ਨਹੀਂ ਸੀ ਕਿ ਅਨਪੀਸਫੁਲ ਹੋਏਗਾ ਤਾਂ ਉਹਨਾਂ ਦੀ ਹਾਰ ਹੈ, ਉਹਨਾਂ ਨੂੰ ਪਤਾ। ਜਦੋਂ ਉਹਨਾਂ ਨੇ ਇਹ ਭਾਫ ਲਿਆ ਕਿ ਸਾਨੂੰ ਕਿਸੇ ਵੀ ਕੀਮਤ 'ਤੇ ਪੁਲਿਸ ਨੇ ਰਿੰਗ ਰੋਡ ਤੇ ਨਹੀਂ ਜਾਣ ਦੇਣੀ, ਤੇ ਉਹਨਾਂ ਦੀ ਬੜੀ ਸਿਆਣਪ ਸੀ। ਉਹਨਾਂ ਨੇ ਕਿਹਾ ਦੱਸੋ ਜੀ, ਜਿੱਥੇ ਤੁਸੀਂ ਰੂਟ ਦਿੰਦੇ ਅਸੀਂ ਉੱਥੇ ਕਰ ਲੈਂਦੇ ਹਾਂ। ਉਹ ਰੂਟ ਉਹਨਾਂ ਨੇ ਮੰਨ ਲਿਆ। ਲੇਕਿਨ ਇਹ ਜਿਹੜੀ ਗੌਰਮੈਂਟ ਜੋ ਉਹਨਾਂ ਨੂੰ ਚਾਹੁੰਦੀ ਸੀ, ਜਿੱਥੇ ਟਰੈਪ ਕਰਨਾ ਚਾਹੁੰਦੀ ਸੀ, ਉਹਨਾਂ ਨੇ 5 ਵਜੇ ਇਹਨਾਂ ਨੂੰ ਆਰਡਰ ਕਰਤੇ ਆਪਣਾ 8 ਵਜੇ ਰਾਤ ਨੂੰ ਕਿ ਤੁਸੀਂ ਸਟੇਜ ਕੈਪਚਰ ਕਰਕੇ ਅਨਾਉਂਸ ਕਰੋ, 7:30 ਵਜੇ ਤੁਰ ਪਓ। ਤੇ 7:30 ਵਜੇ ਜਦੋਂ ਇਹ ਤੁਰੇ ਭਾਈ ਸਾਹਿਬ, ਤੇ ਲੋਕਾਂ ਨੇ ਆਮ ਜਨਰਲ ਪਬਲਿਕ ਨੂੰ ਕੀ ਪਤਾ ਹੈ ਕਿ ਉਹਨਾਂ ਕੋਲ ਮੂਵਮੈਂਟ ਤੁਰ ਪਈ, ਸਾਰੇ ਟਰੈਕਟਰ ਸਟਾਰਟ ਕਰਕੇ ਪਿੱਛੇ ਹੋ ਗਏ। ਇਹ ਤਾਂ ਜੋ ਕਾਰਨਾਮਾ 26 ਜਨਵਰੀ ਤੋਂ ਹੋਇਆ, ਜੋ ਦੀਪ ਸਿੱਧੂ ਦਾ ਉੱਥੇ ਰੋਲ ਹੋਇਆ, ਜੋ ਦੀਪ ਸਿੱਧੂ ਨੇ ਉੱਥੇ ਭਾਸ਼ਣ ਕੀਤੇ, ਜੋ ਦੀਪ ਸਿੱਧੂ ਨੇ ਸਾਰਾ ਕੁਝ ਕੀਤਾ, ਤੇ ਜਿਵੇਂ ਇਹ ਮੋਰਚਾ ਉੱਥੇ ਫੇਲ ਹੋਇਆ, ਆਲਮੋਸਟ ਫਲॉप ਹੋ ਗਿਆ ਸੀ ਮੋਰਚਾ। ਇਹ ਤਾਂ ਤਕੈਦ ਦੇ ਆਂਸੂਆਂ ਨੇ ਬਚਾ ਲਿਆ। ਤੇ ਉਹ ਜਦੋਂ ਨੌਜਵਾਨਾਂ ਨੇ ਉਹ ਦੇਖਿਆ ਤੇ ਉਹੀ ਨੌਜਵਾਨ ਫਿਰ ਇਹਦੇ ਪਿੱਛੇ ਪੈ ਗਏ। ਮੈਂ ਕੈਪਟਨ ਸਾਹਿਬ ਅੱਗੇ ਚੱਲਣ ਤੋਂ ਪਹਿਲਾਂ ਇੱਕ ਸਵਾਲ ਕਰਨਾ ਚਾਹੁੰਦਾ। ਸ਼ੰਭੂ ਮੋਰਚਾ ਲੱਗਿਆ ਸੀ, ਤੁਹਾਨੂੰ ਫੋਨ ਆਇਆ ਸੀ ਦੀਪ ਸਿੱਧੂ ਵੱਲੋਂ ਕਿ ਤੁਸੀਂ ਵੀ ਆਓ ਤੇ ਆਪਣੀ ਹਾਜ਼ਰੀ ਲਗਾਓ ਸ਼ੰਭੂ ਮੋਰਚੇ 'ਚ? ਨਹੀਂ, ਮੈਨੂੰ ਉਹਦਾ ਕੋਈ ਟੈਲੀਫੋਨ ਨਹੀਂ ਆਇਆ। ਜਦੋਂ ਉਹ ਅੰਡਰਗਰਾਊਂਡ ਹੋ ਗਿਆ, ਅੰਡਰਗਰਾਊਂਡ ਹੋ ਕੇ ਜਦੋਂ ਜੀਰਕਪੁਰ ਆਇਆ ਤੇ ਮੇਰੇ ਬੇਟੇ ਨੂੰ ਦੀਪ ਸਿੱਧੂ ਨੇ ਕਿਸੇ ਤੋਂ ਟੈਲੀਫੋਨ ਕਰਾਇਆ। 26 ਜਨਵਰੀ ਤੋਂ ਬਾਅਦ ਦੀ ਘਟਨਾ ਹੈ, ਫੜੇ ਜਾਣ ਤੋਂ 3 ਦਿਨ ਪਹਿਲਾਂ ਦੀ, ਕਿ ਦੀਪ ਸਿੱਧੂ ਪਾਪਾ ਗੱਲ ਕਰਨੀ ਚਾਹੁੰਦਾ ਤੁਹਾਡੇ ਨਾਲ। ਮੈਂ ਕਿਹਾ ਆਈ ਡੋਂਟ ਵਾਂਟ ਟੂ ਟਾਕ ਟੂ ਹਿਮ। ਮੈਂ ਕੋਈ ਦੀਪ ਸਿੱਧੂ ਨਾਲ, ਗੌਰਮੈਂਟ ਦੇ ਏਜੰਟ ਨਾਲ ਮੈਂ ਕਾਹਦੀ ਗੱਲ ਕਰਨੀ ਹੈ। ਇੱਥੋਂ ਤੱਕ ਕਿ
30 ਤਰੀਕ ਨੂੰ ਮੈਨੂੰ ਮੁੰਡੇ ਦਾ ਚਰਨਜੀਤ ਹੈ ਪਤਾ ਨਹੀਂ ਬਠਿੰਡੇ ਤੋਂ, ਉਹਦਾ ਟੈਲੀਫੋਨ ਆਇਆ ਕਿ ਜੀ ਅਸੀਂ ਯੂਥ ਤੁਹਾਡੇ ਵੀਡੀਓ ਸੁਣਦੇ ਹਾਂ, ਅਸੀਂ ਯੂਥ ਤੁਹਾਡੇ ਨਾਲ ਬੜੇ ਭਾਵਕ ਹਾਂ, ਅਸੀਂ ਯੂਥ ਤੁਹਾਡੀ ਸਲਾਹ ਨਾਲ ਚੱਲਣਾ ਚਾਹੁੰਦੇ ਹਾਂ, ਤੁਸੀਂ ਸਾਨੂੰ ਗਾਈਡ ਕਰੋ, ਤੁਸੀਂ ਸਾਨੂੰ ਸਲਾਹ ਕਰੋ। ਮੈਂ ਕਿਹਾ ਠੀਕ ਹੈ, ਜੇ ਤੁਸੀਂ ਕੋਈ ਚਾਹੀਦਾ ਕੰਮ ਕਰਨਾ ਚਾਹੁੰਦੇ ਜੀ ਤਾਂ ਮੈਂ ਤਿਆਰ ਹਾਂ। ਤੇ ਜਦੋਂ 2 ਤਰੀਕ ਦੀ ਮੀਟਿੰਗ ਰੱਖ ਲਈ ਬਰਨਾਲੇ 'ਚ ਕਿ ਅਸੀਂ ਬਰਨਾਲੇ ਮੀਟਿੰਗ ਰੱਖਦੇ ਹਾਂ, ਮੈਨੂੰ ਟੈਲੀਫੋਨ ਕਰਦੇ, ਮੈਂ ਕਿਹਾ ਤੁਹਾਡੀ ਐਫੀਲੀਏਸ਼ਨ ਕਿਹਦੇ ਨਾਲ ਹੈ? ਕਹਿੰਦੇ ਦੀਪ ਸਿੱਧੂ ਲੱਖੇ ਸਿਧਾਣੇ ਨਾਲ। ਮੈਂ ਕਿਹਾ ਮਾफ़ ਕਰਨਾ ਜੀ, ਮੈਂ ਤਾਂ ਇਹਨਾਂ ਦੀ ਤੁਹਾਡੀ ਮੀਟਿੰਗ 'ਚ ਨਹੀਂ ਆ ਸਕਦਾ। ਆਈ ਰਿਫਿਊਜ਼ਡ ਕਿ ਮੇਰੀ ਉਹਨਾਂ ਨਾਲ ਕੋਈ ਐਫੀਲੀਏਸ਼ਨ ਤੁਸੀਂ ਜਾਣਨ ਦੀ ਕੋਸ਼ਿਸ਼ ਕੀਤੀ ਦੀਪ ਸਿੱਧੂ ਤੁਹਾਡੇ ਕੀ ਗੱਲ ਕਰਨਾ ਚਾਹੁੰਦੇ ਸਨ? ਜਦੋਂ ਫੋਨ ਆਇਆ ਸੀ ਤਾਂ ਨਹੀਂ, ਮੈਂ ਜਦ ਗੱਲ ਹੀ ਨਹੀਂ ਕੀਤੀ, ਮੈਨੂੰ ਕੀ ਪਤਾ ਕੀ ਗੱਲ ਕਰਨੀ ਚਾਹੁੰਦਾ। ਜਦੋਂ ਮੈਂ ਦੀਪ ਸਿੱਧੂ ਨਾਲ ਗੱਲ ਹੀ ਨਹੀਂ ਕੀਤੀ, ਆਈ ਰਿਫਿਊਜ਼ਡ। ਅੰਡਰਗਰਾਊਂਡ ਬੰਦਾ ਹੈ, ਉਹਦੇ 'ਤੇ ਇਨਾਮ ਹੈ, ਅਤੇ ਮੈਂ ਐਵੇਂ ਗੱਲਾਂ ਕਰਦਾ ਫਿਰਾਂ, ਟੈਲੀਫੋਨ ਸਾਰਿਆਂ ਦੇ ਟੇਪਡ ਹੈ, ਅਤੇ ਮੈਨੂੰ ਕੀ ਜ਼ਰੂਰਤ ਹੈ ਮੈਂ ਗੱਲ ਕਰਦਾ ਫਿਰਾਂ। ਹੁਣ ਆਪਾਂ 26 ਜਨਵਰੀ ਦੀ ਘਟਨਾ ਵਾਲੇ ਪਾਸੇ ਜਾਂਦੇ ਹਾਂ। ਤੁਸੀਂ ਪੁਰਾਣੇ ਸਿਆਸਤਦਾਨ ਹੋ, ਕਹਿੰਦੇ ਸਿਆਸਤ ਨੂੰ ਸਮਝਣਾ ਹੋਵੇ ਤਾਂ ਸਿਆਸਤਦਾਨ ਸਮਝਾ ਸਕਦੇ ਕਿਹੜੀ ਕਿਹੜੀ ਗੱਲਾਂ ਕਿੱਥੇ ਕਿਤੇ ਸਰਕਾਰ ਜਿਹੜੀਆਂ ਹੈਗੀਆਂ ਨੇ ਉਸ 'ਚ ਇਨਵੋਲਵ ਹੁੰਦੀਆਂ ਨੇ। 26 ਜਨਵਰੀ ਕੀ ਵਾਕਈ ਹੀ ਪਲਾਨ ਸੀ ਕਿ ਸਰਕਾਰ ਵੱਲੋਂ ਪਲਾਨ ਸੀ ਕਿ ਗਲਤੀ ਹੋ ਗਈ ਹੈ ਕਿਤੇ ਨਾ ਕਿਤੇ ਜੋ ਜਥੇਬੰਦੀਆਂ ਨੇ ਕੋਲ ਦਿੱਤੀ ਸੀ? ਬਿਲਕੁਲ ਸਰਕਾਰ ਵੱਲੋਂ ਪਲਾਨ ਸੀ। ਜੇ ਸਰਕਾਰ ਵੱਲੋਂ ਪਲਾਨ ਨਾ ਹੁੰਦਾ ਤੇ ਦੀਪ ਸਿੱਧੂ ਤਾਂ ਚਲੋ ਕਰ ਜਾਂਦਾ ਮਾਰਚ। ਜਿਹੜੇ ਬਾਕੀ ਜਥੇਬੰਦੀਆਂ ਦੇ ਰੂਟਾਂ ਨੂੰ ਬੰਦ ਕਰਕੇ ਉਹਨਾਂ ਨੂੰ ਡਿਵਰਟ ਲਾਲ ਕਿਲੇ 'ਤੇ ਕੀਤਾ ਗਿਆ, ਸਾਰੇ ਰੂਟ ਬਲੌਕ ਕਰਕੇ ਇੱਧਰ ਚਲੇ ਜਾਓ, ਇੱਧਰ ਚਲੇ ਜਾਓ, ਇੱਧਰ ਤੇ ਲਾਲ ਕਿਲੇ 'ਤੇ ਭਜਵਾਤੇ। ਤੇ ਜੇ ਪਲਾਨ ਨਾ ਹੁੰਦਾ ਤੇ ਉੱਥੇ ਦੇਖੋ ਲਾਲ ਕਿਲਾ ਤੁਸੀਂ ਖਾਲੀ ਛੱਡਿਆ ਹੋਇਆ, ਲਾਲ ਕਿਲੇ ਦੇ ਗੇਟ ਵੀ ਖੁੱਲ੍ਹੇ ਨੇ, ਲਾਲ ਕਿਲੇ ਦੇ ਆਲੇ ਦੁਆਲੇ ਪੁਲਿਸ ਵੀ ਨਹੀਂ ਹੈਗੀ, ਇੱਧਰ ਬੈਂਚਾਂ 'ਤੇ ਬੈਠੇ ਹੋਏ ਨੇ, ਕੋਈ ਰੋਕਣ ਵਾਲਾ ਨਹੀਂ, ਕੋਈ ਟੋਕਣ ਵਾਲਾ ਨਹੀਂ। ਸ਼ਰੇਆਮ ਤੁਸੀਂ ਨੰਗਾ ਨਾਚ ਨੱਚਣ ਦਿੱਤਾ ਸਬੋਟਾਜ ਕਰਨ ਵਾਸਤੇ ਇਸ ਮੂਵਮੈਂਟ ਨੂੰ। 2-3 ਘੰਟੇ ਨੰਗਾ ਨਾਚ ਉੱਥੇ ਨੱਚਿਆ, ਭਾਸ਼ਣ ਹੋਏ, ਝੰਡੇ, ਨਿਸ਼ਾਨ ਸਾਹਿਬ ਚੜਾਇਆ ਗਿਆ। ਨਿਸ਼ਾਨ ਸਾਹਿਬ ਠੀਕ ਹੈ ਚੜ੍ਹ ਵੀ ਗਿਆ ਤਾਂ ਕੋਈ ਫਰਕ ਨਹੀਂ ਪੈਂਦਾ। ਨਿਸ਼ਾਨ ਸਾਹਿਬ ਕਿਹੜਾ ਕੋਈ ਖਾਲਿਸਤਾਨ ਦਾ ਝੰਡਾ? ਨਿਸ਼ਾਨ ਸਾਹਿਬ ਤਾਂ ਸਾਰੀ ਦੁਨੀਆ 'ਚ ਚੜ੍ਹੇ ਹੋਏ ਨੇ। ਨਿਸ਼ਾਨ ਸਾਹਿਬ ਤਾਂ ਹਰ ਟਰੈਕਟਰ ਤੇ ਚੜ੍ਹਿਆ ਹੋਇਆ ਸੀ। ਤੇ ਜੇ ਉੱਥੇ ਵੀ ਸਮਾਂ ਸਹੀ ਸੀ ਨਿਸ਼ਾਨ ਸਾਹਿਬ ਚੜਾਉਣ ਵਾਸਤੇ? ਇਹ ਸਮਾਂ ਬਿਲਕੁਲ ਸਹੀ ਸੀ? ਇਹ ਬਿਲਕੁਲ ਸਮਾਂ ਗਲਤ ਸੀਗਾ। ਤਾਂ ਹੀ ਤਾਂ ਮੈਂ ਕਹਿ ਰਿਹਾ ਇਹ ਸਾਰਾ ਸਬੋਟਾਜ ਕਰਨ ਵਾਸਤੇ ਇੰਟੈਲੀਜੈਂਸ ਏਜੰਸੀਆਂ ਨੇ ਬੰਦੇ ਪਲਾਂਟ ਕੀਤੇ ਸੀ। ਚੜਾਉਣ ਵਾਲੇ ਵੀ ਹੋ ਸਕਦਾ ਉਹਨਾਂ ਦੇ ਬੰਦੇ ਹੋਣ, ਜਾਂ ਵਿੱਚ ਦਿੱਤਾ ਹੋਇਆ ਕਿਸੇ ਨੇ ਕਿ ਤੂੰ ਭੱਜ ਕੇ ਚੜਾ ਦੀ, ਤੂੰ ਹੀਰੋ ਬਣ ਜਾਏਗਾ। ਜਿਵੇਂ ਦੇਖੋ ਉਧਰੋਂ ਜਿਹੜਾ ਸਾਡਾ ਮੈਂ ਨਿਸ਼ਾਨ ਸਾਹਿਬ ਤੋਂ ਥੋੜਾ ਪਿੱਛੇ ਲੈ ਕੇ ਜਾਣਾ ਚਾਹੁੰਦਾ। ਜਦੋਂ ਸ਼ੰਭੂ ਮੋਰਚਾ ਲੱਗਦਾ, ਫੈਡਰਲ ਢਾਂਚੇ ਦੀ ਗੱਲ ਹੁੰਦੀ ਹੈ, ਪੰਜਾਬ ਦੀ ਖੁਦਮੁਖਤਿਆਰੀ ਦੀ ਗੱਲ ਹੁੰਦੀ ਹੈ, ਸਪੀਚਾਂ ਵੀ ਚੱਲਦੀਆਂ ਨੇ, ਦੀਪ ਸਿੱਧੂ ਵੱਲੋਂ ਵੀ ਗੱਲ ਕਹੀ ਜਾਂਦੀ ਹੈ। ਇਹ ਗੱਲ ਦਾ ਅਸਰ ਹੋਇਆ 26 ਜਨਵਰੀ ਤੇ ਜਾ ਕੇ ਜੋ ਫੈਡਰਲ ਢਾਂਚੇ ਦੀ ਗੱਲ ਕੀਤੀ ਜਾਂਦੀ ਸ਼ੰਭੂ ਮੋਰਚੇ ਤੇ? ਇਹ ਜੋ ਬਤਾਂਤ ਵਾਪਰਿਆ, ਦੀਪ ਸਿੱਧੂ ਖੁਦ ਲਾਈਵ ਹੋ ਕੇ ਕਹਿ ਰਿਹਾ ਕਿ ਬਤਾਂਤ ਵਾਪਰ ਗਿਆ, ਦੇਖੋ ਨਿਸ਼ਾਨ ਸਾਹਿਬ ਚੜ੍ਹ ਗਿਆ। ਦੀਪ ਸਿੱਧੂ ਨੂੰ ਇਹ ਪੁੱਛੋ, ਇੱਕ ਗੱਲ ਦਾ 2-3 ਜਵਾਬ ਲੈ ਲਓ ਉਹਦੇ ਤੋਂ, ਕਿ ਦੀਪ ਸਿੱਧੂ ਸਵਾਲ ਤਾਂ ਸੀ 3 ਕਾਨੂੰਨਾਂ ਦਾ ਜਿਹੜੇ ਤਲਵਾਰ ਬਣ ਕੇ ਕਿਸਾਨਾਂ ਦੇ ਗਲ 'ਚ ਲਟਕੇ ਹੋਏ ਨੇ, ਤੇ ਤੇਰਾ ਫੈਡਰਲ ਢਾਂਚਾ ਇੱਥੇ ਕਿੱਥੇ ਆ ਗਿਆ? ਕੋਈ ਇਹ ਫੈਡਰਲ ਢਾਂਚੇ ਦੀ ਡਿਬੇਟ ਸੀ ਜਾਂ ਫੈਡਰਲ ਢਾਂਚੇ ਵਾਸਤੇ ਤੇਰਾ ਮੋਰਚਾ ਲੱਗਿਆ? ਜਾਂ ਤਾਂ ਫੈਡਰਲ ਢਾਂਚੇ ਵਾਸਤੇ ਮੋਰਚਾ ਲੱਗਿਆ ਹੁੰਦਾ। ਕੋਈ ਮੋਰਚਾ ਫੈਡਰਲ ਢਾਂਚੇ ਵਾਸਤੇ ਨਹੀਂ ਲੱਗਿਆ, ਮੋਰਚਾ ਤਾਂ 3 ਕਾਨੂੰਨਾਂ ਵਾਸਤੇ ਲੱਗਿਆ ਵਾਪਸ ਲੈਣ ਵਾਸਤੇ। ਤੇ ਜਿਹੜਾ ਤੂੰ ਫੈਡਰਲ ਕਰਕੇ ਤੇ ਉੱਥੇ ਝੰਡੇ ਚੜਾਉਂਦਾ ਫਿਰਦਾ, ਤੇ ਤੇਰਾ ਮਤਲਬ ਇਹ ਤੈਨੂੰ ਸਰਕਾਰ ਨੇ ਜੋ ਤੈਨੂੰ ਡਿਊਟੀ ਦਿੱਤੀ ਸੀ, ਜਾਂ ਤਾਂ ਤੂੰ ਡਿਊਟੀ ਕਰ ਲਈ ਤੇ ਕਾਮਯਾਬ ਹੋ ਗਿਆ, ਤੇ ਜਾਂ ਫਿਰ ਤੂੰ ਟਰੈਪ ਹੋ ਗਿਆ ਪੁੱਤਰਾ ਤੇ ਜੇਲ੍ਹ 'ਚ ਬੈਠਾ। 2 ਚੀਜ਼ਾਂ ਹੋ ਸਕਦੀਆਂ ਨੇ। ਆਈਦਰ ਇਹਨੂੰ ਟਰੈਪ ਕਰ ਲਿਆ ਗਿਆ, ਇਹਨੂੰ ਮਿਸਯੂਜ਼ ਕਰ ਲਿਆ ਗਿਆ, ਇਹਨੂੰ ਯੂਜ਼ ਕਰਕੇ ਸੁੱਟ ਦਿੱਤਾ ਗਿਆ। ਇਹ ਬੰਦਾ ਤਾਂ ਮੈਂ ਸੁਣਿਆ ਜੀ 40-45 ਟਿਕਟਾਂ ਤਿਆਰ ਕਰਕੇ, ਜਿੰਨੇ ਵੀ ਆ ਸਾਡੇ ਸਿੰਗਰ ਇਹਨਾਂ 'ਚ ਕੁਛ ਦੇ ਨਾਲ ਫਸੇ ਹੋਏ ਸੀ, ਭਾਵੇਂ ਹਿਪਨੋਟਾਈਜ਼ ਹੋਏ, ਭਾਵੇਂ ਵੈਸੇ ਫਸਾਏ ਗਏ, ਭਾਵੇਂ ਇੰਟੈਲੀਜੈਂਸ ਨੇ ਫਸਾਏ ਗਏ, ਇਹ ਤਾਂ 30-40 ਬੰਦੇ ਟਿਕਟਾਂ ਲੜੂ ਸੀ ਬੀਜੇਪੀ ਨੂੰ ਵੀ ਪਿੰਡਾਂ ਦੀਆਂ ਟਿਕਟਾਂ ਤੁਸੀਂ ਜਿੱਤ ਲਿਆ ਜੇ ਤੇ ਸ਼ਹਿਰਾਂ ਦੀਆਂ ਅਸੀਂ ਜਿੱਤ ਲਾਂਗੇ ਹਿੰਦੂ ਵੋਟ ਨਾਲ, ਤੇ ਸਰਕਾਰ ਬੀਜੇਪੀ ਦੀ ਬਣ ਜਾਏਗੀ। ਜਿਹੜੇ ਕਹਿੰਦੇ ਅਵੱਸ਼ ਸਾਡੀ ਸਰਕਾਰ ਬਣੇਗੀ, ਅਵੱਸ਼ ਸਾਡੀ, ਉਹ ਤੁਹਾਨੂੰ ਕੋਈ ਪਿੰਡਾਂ 'ਚ ਵੜਨ ਨਹੀਂ ਦਿੰਦਾ, ਤੇ ਤੁਹਾਡੀ ਅਵੱਸ਼ ਸਰਕਾਰ ਕਿੱਥੋਂ ਬਣ ਜੂਗੀ? ਹੁਣ ਬੰਦ ਹੋਏ ਨੇ ਬੋਲਣੋਂ ਅਵੱਸ਼ ਸਰਕਾਰ, ਜਿੱਥੇ ਮਰਜ਼ੀ ਦੇਖ ਲਓ ਅਵੱਸ਼ ਸਰਕਾਰ ਸਾਡੀ ਬਣੇਗੀ, ਅਵੱਸ਼ ਸਰਕਾਰ ਸਾਡੀ ਬਣੇਗੀ। ਇਹ ਟਰੈਪ ਸੀਗਾ। ਸ਼ੰਭੂ ਮੋਰਚਾ ਵੀ ਟਰੈਪ ਸੀ ਇੱਕ? ਬਿਲਕੁਲ ਬਿਗੇਸਟ ਟਰੈਪ। ਇਸ ਤੋਂ ਵੱਡਾ ਹੋਰ ਟਰੈਪ ਕੀ ਹੋ ਸਕਦਾ? ਬੰਬੇ ਇੱਕ ਐਕਟਰ ਹੈ, ਤੇਰਾ ਕਿਸਾਨੀ ਨਾਲ ਕੋਈ ਲੈਣਾ ਦੇਣਾ ਨਹੀਂ, ਤੂੰ ਕਿਸਾਨ ਵੀ ਹੈ ਨਹੀਂ, ਹੋਣਗੇ ਤੇਰੇ ਡੈਡੀ ਕਿਸਾਨ, ਤੂੰ ਤਾਂ ਕਿਸਾਨ ਹੈ ਨਹੀਂ। ਤੂੰ ਬੰਬਈ ਛੱਡ ਕੇ ਆ ਕੇ ਤੇ ਸ਼ੰਭੂ ਬਹਿ ਜਾਣਾ, ਮੋਰਚਾ ਲਾ ਦੇਣਾ, ਤੂੰ ਫਿਰ ਤੂੰ 3 ਕਾਨੂੰਨਾਂ ਦੀ ਗੱਲ ਨਹੀਂ ਕਰਦਾ, ਤੂੰ ਗੱਲ ਕਰਨਾ ਫੈਡਰਲ ਢਾਂਚੇ ਦੀ। ਵਾਈਡਰ ਲੈਣਾ, ਸਾਰਾ ਡਿਵਰਟ ਕਰਦਾ, ਤੇ ਬਈ ਤੈਨੂੰ ਕੋਈ ਰਾਤ ਨੂੰ ਰੋਜ਼ ਪੜਾਉਂਦਾ ਤੇ ਅਗਲੇ ਦਿਨ ਭਾਸ਼ਣ ਕਰਦਾ। ਕੋਈ ਚਿੱਠੀਆਂ ਦੀ ਦੀਪ ਸਿੱਧੂ ਨੂੰ ਪੜ੍ਹਨ ਵਾਸਤੇ ਸ਼ੰਭੂ ਮੋਰਚੇ ਤੇ? ਕੋਈ ਚਿੱਠੀ ਨਹੀਂ, ਇਹਨੂੰ WhatsApp ਤੇ ਜੋ ਭੇਜਦੇ ਸੀ ਮੋਬਾਈਲ ਤੇ ਵੀ ਆਹ ਬੋਲਣਾ ਉਹੀ ਇਹ ਭਾਸ਼ਣ ਕਰਦਾ ਸੀ।
ਸ਼ੰਭੂ ਮੋਰਚੇ ਤੇ। ਬਿਲਕੁਲ। ਇੱਥੇ ਪ੍ਰੈਸ ਕਾਨਫਰੰਸ ਤਾਂ ਮੂੰਹ ਨਹੀਂ ਖੋਲ੍ਹਿਆ, ਇੱਥੇ ਬੋਲ ਨਹੀਂ ਸਕਿਆ ਚੰਡੀਗੜ੍ਹ 'ਚ। ਕੀ ਹੋ ਗਿਆ ਇਹਨੂੰ ਫਿਰ? ਇੱਥੇ ਕਿਉਂ ਨਹੀਂ ਬੋਲਿਆ ਕਿ ਇਸ ਸਵਾਲ ਦਾ ਜਵਾਬ ਨਹੀਂ ਦੇ ਸਕਿਆ? ਇੱਥੇ ਫੈਡਰਲ ਢਾਂਚੇ ਦੀ ਕਿਉਂ ਨਹੀਂ ਗੱਲ ਕੀਤੀ? ਵਰਖਾਦਾਰ ਦੇ ਪ੍ਰੋਗਰਾਮ 'ਚ ਕੀ ਇਹਨੇ ਗੰਦ ਘੋਲਿਆ? ਅੱਛਾ ਹੁਣ ਦੇਖੋ ਤੁਸੀਂ, ਸਭ ਤੋਂ ਵੱਡੀ ਚੀਜ਼ ਇਹ ਹੈ ਕਿ ਸਾਰੀ ਦੁਨੀਆ ਨੂੰ ਫਸਾ ਕੇ ਕੇਸ 140-45 ਤੇ ਬੁਲਾ ਕੇ 1700 ਬੰਦਿਆਂ ਦੇ ਕੇਸ ਬਣਵਾ ਕੇ ਹੁਣ ਜਿਹੜੀ ਇਹਨੇ ਅਪੀਲ ਫਾਈਲ ਕੀਤੀ ਹੈ, ਕਹਿੰਦਾ ਜੀ ਮੈਂ ਤਾਂ ਉੱਥੇ ਸੀਗਾ ਹੀ ਨਹੀਂ, ਮੇਰੀ ਕਰ ਲਓ ਮੋਬਾਈਲ ਦੀ ਟਰੇਸ, ਮੋਬਾਈਲ ਕਿਤੇ ਹੋਰ ਭੇਜਤਾ ਹੋਣਾ, ਮੈਂ ਤਾਂ ਮੇਰੇ ਥਲ ਹੋਟਲ 'ਚ ਬੈਠਾ ਸੀ ਤੇ ਮੈਂ ਉੱਥੇ ਗਿਆ ਪੁਲਿਸ ਦੀ ਮਦਦ ਕਰਨ ਵਾਸਤੇ, ਮੈਂ ਲਾਲ ਕਿਲੇ ਤੇ ਪੁਲਿਸ ਦੀ ਮਦਦ ਕਰਨ ਵਾਸਤੇ ਗਿਆ। ਆਹ ਰਿਟ ਫਾਈਲ ਕੀਤੀ ਇਹਨੇ, ਜ਼ਮਾਨਤ ਦੀ ਜਿਹੜੀ ਰਿਟ ਫਾਈਲ ਕੀਤੀ, ਆਪਾਂ ਤਾਂ ਕਹਿੰਦਾ ਪੁਲਿਸ ਦੀ ਮਦਦ ਕਰਨ ਗਏ ਸੀ ਉੱਥੇ। ਜਾਂ ਜਿਹੜੇ ਬੱਚੇ ਨਾ ਸਮਝਣੇ, ਜਿਨ੍ਹਾਂ ਨੂੰ ABC ਨਹੀਂ ਪਤਾ ਵੀ ਇਹ ਬੰਦਾ ਆਇਆ ਕਿੱਥੋਂ, ਪਲਾਂਟ ਕਿਵੇਂ ਹੋਇਆ, ਜਿਹੜੀ ਉਹ ਭਾਵਕ ਹੋ ਜਾਂਦੀ ਹੈ, ਭਾਵਕ ਹੋ ਕੇ ਤੇ ਉਹ ਸਾਰੇ ਕੰਮ ਉਹਨੇ, ਹੁਣ ਦੱਸੋ ਇਹ ਯੂਥ ਹੀ ਤਾਂ ਸੀ ਜਿਹਨਾਂ ਨੇ 26 ਜਨਵਰੀ ਤੇ ਸਾਰਾ ਪੌੜਾ ਪਵਾਇਆ। ਅਗਰ ਯੂਥ ਨਾ ਇਹ ਪੌੜਾ ਪਾਉਂਦੀ ਤੇ ਮੋਰਚਾ ਤਾਂ 27 ਨੂੰ ਜਿੱਤਿਆ ਗਿਆ ਸੀ। ਕਿੱਥੇ ਅਸੀਂ 27 ਨੂੰ 0 ਹੋ ਕੇ ਬਹਿ ਗਏ? ਤੇ ਸਾਰਾ ਯੂਥ ਦਾ ਹੀ ਕੰਮ ਸੀ ਨਾ ਫਿਰ, ਤੇ ਯੂਥ ਨੂੰ ਸਮਝਣਾ ਚਾਹੀਦਾ ਨਾ। ਸ਼ੰਭੂ ਮੋਰਚੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ, ਉਹਨਾਂ ਬਾਰੇ ਵੀ ਗੱਲ ਹੁੰਦੀ, ਉਹਨਾਂ ਦੇ ਵਿਚਾਰ ਵੀ ਰੱਖੇ ਜਾਂਦੇ ਨੇ। ਕਈ ਹੁਣ ਚਰਚਾ ਇਹ ਵੀ ਕਰਦੇ ਨੇ ਕਿ ਜੇ ਨਿਸ਼ਾਨ ਸਾਹਿਬ ਲਗਾ ਦਿੱਤਾ ਸੀ, ਉੱਥੋਂ ਵਾਪਸ ਕਿਉਂ ਆਏ ਨੇ? ਫਿਰ ਚਲਾ ਕੇ ਉੱਥੇ ਹੀ ਬੈਠੇ ਰਹਿੰਦੇ। ਬਿਲਕੁਲ ਸਹੀ ਹੈ। ਜੇ ਇੰਨੀ ਹਿੰਮਤ ਸੀ, ਜੇ ਇੰਨੀ ਹਿੰਮਤ ਸੀ ਤੇ ਜੇ ਇਹ ਭਾਵਨਾ ਸੀਗੀ ਤੇ ਫਿਰ ਚੜਾ ਕੇ ਨਿਸ਼ਾਨ ਸਾਹਿਬ ਤੇ ਉੱਥੇ ਬਹਿੰਦੇ ਤੇ ਕੁਰਬਾਨੀਆਂ ਦਿੰਦੇ। ਤੇ ਜੇ ਨਿਸ਼ਾਨ ਸਾਹਿਬ ਚੜਾ ਕੇ ਤੇ ਮੁੜ ਕੇ ਉਹਨੂੰ ਥੱਲੇ ਮਿੱਟੀ 'ਚ ਹੀ ਰੋਲਣਾ ਸੀ, ਸਾਡੀ ਬੇਇੱਜ਼ਤੀ ਕਰਨੀ ਸੀ ਕੌਮ ਦੀ, ਤੇ ਫਿਰ ਚੜਾਇਆ ਕਿਉਂ ਉਹਨਾਂ ਨੇ? ਇਹੀ ਤਾਂ ਮੈਂ ਕਹਿ ਰਿਹਾ ਨਾ ਬਈ ਇਹ ਸਾਰਾ ਕੰਮ ਪਲਾਨ ਸੀ। ਨਾਲੇ ਨਿਸ਼ਾਨ ਸਾਹਿਬ ਦਾ ਉੱਥੇ 3 ਕਾਨੂੰਨਾਂ ਨਾਲ ਨਿਸ਼ਾਨ ਸਾਹਿਬ ਚੜਾਉਣ ਦਾ ਕੀ ਮਤਲਬ ਮੈਨੂੰ ਦੱਸੋ? ਜਦੋਂ ਤੁਸੀਂ ਆਪਦਾ ਮੁੱਦਾ ਇੱਕ ਨਿਸ਼ਾਨਾ ਇੱਕ, ਜੇ ਤੁਸੀਂ ਉਸ ਨਿਸ਼ਾਨੇ ਤੇ ਉਸ ਮੁੱਦੇ ਤੇ ਨਹੀਂ ਚੱਲੋਗੇ, ਤੁਸੀਂ ਲੈਫਟ ਰਾਈਟ ਭਟਕਣ ਦੀ ਕੋਸ਼ਿਸ਼ ਕਰੋਗੇ, ਲੈਫਟ ਰਾਈਟ ਡਿਵਰਟ ਕਰਨ ਦੀ ਕੋਸ਼ਿਸ਼ ਕਰੋਗੇ, ਨੌਜਵਾਨੀ ਨੂੰ ਭੜਕਾ ਕੇ ਦੂਜੇ ਪਾਸੇ ਲਾਉਣ ਦੀ ਕੋਸ਼ਿਸ਼ ਕਰੋਗੇ, ਇਹਦਾ ਮਤਲਬ ਤੁਸੀਂ ਮੂਵਮੈਂਟ ਦੇ ਖਿਲਾਫ ਕੰਮ ਕਰ ਰਹੇ ਜੀ। ਕੋਈ ਨੌਜਵਾਨ ਤਬਕਾ ਹੁਣ ਵੀ ਦੀਪ ਸਿੱਧੂ ਦੇ ਲੱਖੇ ਸਦਾਣੇ ਬਾਰੇ ਚਰਚਾ ਕਰਦਾ ਹੈ ਵੀ ਬਿਲਕੁਲ ਸਹੀ ਕੀਤਾ ਉਹਨਾਂ ਨੇ, ਨੌਜਵਾਨ ਨੂੰ ਉਹੀ ਲੈ ਕੇ ਗਏ ਸੀ ਦਿੱਲੀ ਤੱਕ, ਉਹਨਾਂ ਨੇ ਜੋਸ਼ ਭਰਿਆ, ਪਿੰਡ ਵਿੱਚ ਜਾ ਕੇ ਬੋਲਿਆ ਵੀ ਉਹਨਾਂ ਨੇ। ਫਿਰ ਇਸ ਚੀਜ਼ ਨੂੰ ਕਿੱਦਾਂ ਦੇਖਦੇ ਵੀ ਉੱਥੇ ਗਲਤ ਹੋ ਜਾਂਦੇ ਨੇ? ਕਿੰਨੇ ਕੁ ਨੌਜਵਾਨ ਨੇ ਉਹ? ਕਿੰਨੇ? ਜੇ ਨੌਜਵਾਨ ਦੀਪ ਸਿੱਧੂ ਨਾਲ ਸੀ ਤਾਂ ਭੱਜਿਆ ਕਿਉਂ? ਮੋਟਰਸਾਈਕਲ ਦੇਖਿਆ ਨਾ ਕਿਵੇਂ ਭੱਜਿਆ? ਇਹ ਨੌਜਵਾਨ ਜਿਹੜੇ ਬੋਲਦੇ ਸੀ ਉੱਥੇ ਹੀ ਬੈਠੇ ਸੀ ਨਾ ਸਾਰੇ, ਤੇ ਉਦੋਂ ਕਿੱਥੇ ਸੀਗੇ? ਕਿਉਂ ਭੱਜਿਆ ਤੇ ਭੱਜ ਕੇ ਗਿਆ ਕਿੱਥੇ? ਨੌਜਵਾਨਾਂ ਦੇ ਵਿੱਚ ਤੁਹਾਨੂੰ ਕਿਤੇ ਨੌਜਵਾਨਾਂ ਨੂੰ ਭੜਕਾਉਣ ਵਾਲੇ ਜਿਹੜੇ ਬੈਠੇ ਨੇ ਉਹ ਹੈ ਨਹੀਂ? ਬਥੇਰੀ ਦੁਨੀਆ ਨੌਜਵਾਨਾਂ ਨੂੰ ਭੜਕਾਉਣ ਵਾਲੇ। ਨੌਜਵਾਨ ਦਾ ਕੰਮ ਕੀ ਹੈ? ਭੜਕ ਜਾਣਾ। ਬਾਅਦ 'ਚ ਸਮਝ ਆਉਂਦੀ ਹੈ। 26 ਜਨਵਰੀ ਤੱਕ ਨੌਜਵਾਨ ਲੱਖਾ ਸਦਾਨਾ ਤੇ ਦੀਪ ਸਿੱਧੂ ਕਰਦੇ 26 ਜਨਵਰੀ ਨੂੰ ਜੋ ਕੁਛ ਉੱਥੇ ਹੋਇਆ ਤੇ ਜੋ ਇਹਨਾਂ ਨਾਲ ਜਿਵੇਂ ਉਹਨਾਂ ਨੂੰ ਪਤਾ ਲੱਗਿਆ, ਆਫਟਰ ਆਲ ਨੌਜਵਾਨ ਕਿਸਾਨਾਂ ਦੇ ਮੁੰਡੇ ਸੀ ਨਾ, ਜਦੋਂ ਉਹਨਾਂ ਨੂੰ ਪਤਾ ਲੱਗਿਆ ਸਾਡੀ ਤਾਂ ਇਹਨਾਂ ਨੇ ਮੂਵਮੈਂਟ ਹੀ ਫੇਲ ਕਰਤਾ, ਸਾਡਾ ਇਹਨਾਂ ਨੇ ਬੇੜਾ ਹੀ ਗਰ ਕਰਤਾ ਅੱਜ, ਤੇ ਉਹਨਾਂ ਭਜਾਇਆ ਕਿ ਨਹੀਂ ਉਹਨੂੰ? ਫਿਰ ਡਾਕਟਰ ਧਰਮਵੀਰ ਗਾਂਧੀ ਵੀ ਜਾ ਕੇ ਉੱਥੇ ਗੱਲ ਕਰਦੇ ਸੀ ਫੈਡਰਲ ਢਾਂਚੇ ਦੀ, ਸ਼ੰਭੂ ਮੋਰਚੇ ਤੇ। ਡਾਕਟਰ ਗਾਂਧੀ ਨੂੰ ਪਤਾ ਹੀ ਨਹੀਂ, ਕਦੀ ਫੀਮ ਦੀ ਗੱਲ ਕਰਦਾ, ਕਿਤੇ ਫੀਮ ਉਹਨੂੰ ਪਤਾ ਨਹੀਂ। ਜਿਹੜਾ ਯੂਨਾਈਟਿਡ ਨੇਸ਼ਨ ਤੋਂ ਬਿਨਾਂ ਤੁਸੀਂ ਪਰਮਿਟ ਲੈ ਤੋਂ ਬਿਨਾਂ ਤੁਸੀਂ ਫੀਮ ਉਗਾ ਨਹੀਂ ਸਕਦੇ, ਖਸਖਸ ਨਹੀਂ ਖੇਤੀ ਕਰ ਸਕਦੇ। ਪਰਮਿਟ ਦੇਗੀ ਬਕਾਇਦਾ ਗਵਰਨਮੈਂਟ ਤੁਹਾਨੂੰ ਅਲਾਉਟ ਕਰੇਗੀ ਤਾਂ ਉਹ ਤਾਂ ਕਦੇ ਖਸਖਸ ਦੀ ਖੇਤੀ ਵੀ ਕਰਾ ਦੇਂਗੇ, ਅਸੀਂ ਫਲਾਣਾ ਵੀ ਕਰਾ ਦੇਂਗੇ। ਫੈਡਰਲ ਢਾਂਚੇ ਦੀ ਗੱਲ ਕਰਦਾ ਗਾਂਧੀ ਸਾਹਿਬ। ਕਾਨੂੰਨ ਪਹਿਲਾਂ ਰੱਦ ਕਰਵਾ ਲਓ, ਫਿਰ ਆਪਾਂ ਫੈਡਰਲ ਢਾਂਚੇ ਦੀ ਗੱਲ ਕਰਾਂਗੇ। ਬਿਲਕੁਲ ਕਰਾਂਗੇ। ਤੁਸੀਂ ਨਾਲ ਚੱਲੋਗੇ ਗਾਂਧੀ ਸਾਹਿਬ ਦੇ? ਫੈਡਰਲ ਢਾਂਚੇ ਦੀ ਗੱਲ, ਕਾਨੂੰਨ ਵਾਪਸ ਹੋ ਗਏ ਉਸ ਤੋਂ ਬਾਅਦ ਲਾਵਾਂਗੇ ਫੈਡਰਲ ਢਾਂਚੇ ਵਾਸਤੇ ਕਿ ਤੁਸੀਂ ਸਾਡੇ ਅਧਿਕਾਰ ਖੋਈ ਜਾ ਰਹੇ ਜੇ, ਅਸੀਂ ਹੋਰ ਮੰਗਦੇ ਹਾਂ। ਤੁਸੀਂ ਤਾਂ ਖੇਤੀ ਕਾਨੂੰਨ ਪਾਸ ਕਰਤੇ ਜਿਹੜਾ ਤੁਹਾਡਾ ਸਬਜੈਕਟ ਹੀ ਹੈ ਨਹੀਂ, ਸਟੇਟ ਸਬਜੈਕਟ ਹੈ। ਤੁਸੀਂ ਸਟੇਟ ਸਬਜੈਕਟ ਨੂੰ ਖੋ ਕੇ ਤੇ ਫੈਡਰਲ ਢਾਂਚੇ ਦੀ ਗੱਲ ਕਰ ਲਾਂਗੇ ਨਾ ਫਿਰ। ਪਰ ਅਜੇ ਤਾਂ ਸਾਡਾ ਸਿਰਫ 3 ਕਾਨੂੰਨ ਨੇ ਜਿਹੜੇ ਸਾਡੇ ਵਾਸਤੇ ਫਾਂਸੀ ਦਾ ਸਾਨੂੰ ਫੰਦਾ ਨਜ਼ਰ ਆ ਰਹੇ ਨੇ ਕਿਸਾਨਾਂ ਵਾਸਤੇ। ਅਜੇ ਸਾਡੇ ਵਾਸਤੇ ਫੈਡਰਲ ਢਾਂਚਾ ਵੀ ਕੁਝ ਨਹੀਂ, ਸਾਡੇ ਵਾਸਤੇ ਕੋਈ ਹੋਰ ਮੁੱਦਾ ਵੀ ਨਹੀਂ ਹੈਗਾ। ਤੁਸੀਂ ਬੜੀ ਸਿਆਸਤ ਦੇ ਪਕੜ ਦੇਖਦੇ ਹੋ ਕਿ ਸ਼ੰਭੂ ਮੋਰਚੇ ਤੋਂ ਤੀਜੀ ਪਾਰਟੀ ਨਿਕਲ ਜਾਂਦੀ, ਤੀਜਾ ਫਰੰਟ ਨਿਕਲ ਜਾਂਦਾ, ਜਿਸ ਤਰ੍ਹਾਂ ਚਰਚਾ ਚੱਲੀ ਸੀ। ਤੁਸੀਂ 26 ਅਕਤੂਬਰ ਦਾ ਹੁਣ ਜ਼ਿਕਰ ਕੀਤਾ ਕਿ ਦੀਪ ਸਿੱਧੂ ਨੇ ਪ੍ਰੈਸ ਕਾਨਫਰੰਸ ਕੀਤੀ ਸੀ, ਉਹਨੇ ਕਿਹਾ ਸੀ ਕਿ ਮੈਂ ਇਲੈਕਸ਼ਨ ਹੀ ਲੜਾਂਗਾ, ਜੇ ਕਿਸੇ ਨੇ ਮੰਚ ਸਾਹਮਣੇ ਆ ਕੇ ਸਾਂਭ ਸਕਦਾ। ਇਹ ਤਾਂ ਕਹਿਣ ਦੀਆਂ ਗੱਲਾਂ ਹੁੰਦੀਆਂ ਕਿ ਪਾਰਟੀ ਨਿਕਲ ਜਾਂਦੀ। ਇੱਥੋਂ ਸ਼ੰਭੂ ਮੋਰਚੇ ਤੋਂ ਕੋਈ ਪਾਰਟੀ ਨਹੀਂ ਸੀ ਨਿਕਲਣੀ। ਕਿਸਾਨ ਸੰਘਰਸ਼ ਤੋਂ ਪਾਰਟੀ ਨਿਕਲ ਸਕਦੀ ਹੈ, ਔਰ ਕਿਸਾਨ ਲੀਡਰਾਂ ਨੇ ਸਿੱਧਾ ਹੀ ਕਹਿਤਾ ਕਿ ਦੇਖੋ ਅਸੀਂ ਕੋਈ ਪਾਰਟੀ ਨਹੀਂ ਬਣਾਉਣੀ। ਸ਼ੰਭੂ ਮੋਰਚੇ ਪ੍ਰੈਸ ਕਾਨਫਰੰਸ ਕਿਉਂ ਕੀਤੀ ਗਈ ਸੀ ਦੀਪ ਸਿੱਧੂ ਵੱਲੋਂ ਚੰਡੀਗੜ੍ਹ ਦੇ ਵਿੱਚ? ਦੀਪ ਸਿੱਧੂ ਤਾਂ ਭਾਵੇਂ ਚੌਥੇ ਦਿਨ ਭਾਵੇਂ 10 ਕਾਨਫਰੰਸਾਂ ਕਰੇ, ਕੋਈ ਰੋਕ ਸਕਦਾ? ਸਿਆਸਤਦਾਨ ਵੀ ਕਈ ਨਾਲ ਚਲੇ ਗਏ ਸੀ। ਸਿਆਸਤਦਾਨ ਦਾ ਕੀ ਹੁੰਦਾ? ਜਿਹਨੂੰ ਕੀ ਸਿਆਸਤਦਾਨ ਕਿਹਨੂੰ ਕਹਿੰਦੇ? ਜਿੰਦਾ ਪੱਲੜਾ ਪਹਾੜੀ ਦੇਖੋ ਭੱਜ ਕੇ ਉਹਦੇ ਨਾਲ ਚਲੇ ਜਾਓ। ਜਦੋਂ ਯੂਥ ਅਟਰੈਕਟ ਕਰ ਰਿਹਾ, ਯੂਥ ਭੱਜ ਕੇ ਉਹਦੇ ਨਾਲ ਚਲੇ ਗਏ। ਜਦ ਹੁਣ ਸਿਆਸਤਦਾਨ ਕਿੱਥੇ ਨੇ? ਹੁਣ ਦੀਪ ਸਿੱਧੂ ਨੂੰ ਜਾ ਕੇ ਛਡਾ ਲੈਣ ਉਹੀ ਸਿਆਸਤਦਾਨ ਜਿਹੜੇ ਨਾਲ ਗਏ ਸੀ।
ਹੁਣ ਉਹ ਸਿਆਸਤਦਾਨ ਕਿੱਥੇ ਨੇ? ਹੁਣ ਦੀਪ ਸਿੱਧੂ ਦੇ ਖਿਲਾਫ ਬੋਲਦੇ ਨੇ ਕਿ ਹੁਣ ਦਿੱਲੀ ਫਿਰਦੇ ਉਹਨੂੰ ਛੁਡਾਉਣ ਵਾਸਤੇ? ਨਹੀਂ ਹੁਣ ਵੀ ਹੱਕ ਵਿੱਚ ਬੋਲਦੇ ਨੇ। ਤੇ ਜਾਣ ਫਿਰ ਉੱਥੇ ਛੁਡਾ ਲੈਣ ਉਹਨੂੰ, ਲਿਆਉਣ ਤੇ ਉਹਦੇ ਨਾਂ ਤੇ ਇਲੈਕਸ਼ਨ ਲੜ ਲੈਣ ਪੰਜਾਬ 'ਚ। ਗੱਲ ਇਹ ਵੀ ਕੀਤੀ ਜਾਂਦੀ ਕਿ ਲੱਖੇ ਸਦਾਣਾ ਦੀਪ ਸਿੱਧੂ ਨਾਲ ਲੈ ਕੇ ਚੱਲਣਾ ਚਾਹੀਦਾ ਜੇ ਬੱਤੀ ਚਦੇ। ਆਹੋ, ਨਾਲ ਲੈ ਕੇ ਚੱਲਣਾ ਚਾਹੀਦਾ, ਵੀ ਜਿਹੜਾ ਬੇੜਾ ਇਹਨਾਂ ਤੋਂ ਨਹੀਂ ਘਰ ਕੀਤਾ ਦੁਬਾਰਾ ਫਿਰ ਕਰ ਦੇਣ। ਕਿਉਂ ਨਾਲ ਲੈ ਕੇ ਚੱਲਣਾ ਚਾਹੀਦਾ ਇਹਨਾਂ? ਜਦੋਂ ਇਹ ਸ਼ੰਭੂ ਬੈਰੀਅਰ ਤੋਂ ਕਿਸਾਨਾਂ ਦੇ ਖਿਲਾਫ ਬੋਲਦੇ ਰਹੇ, ਕਿਸਾਨ ਜਥੇਬੰਦੀਆਂ ਦੇ ਖਿਲਾਫ ਬੋਲਦੇ ਰਹੇ, ਹਰ ਰੋਜ਼ ਸਾਰੇ ਭਾਸ਼ਣ ਖਿਲਾਫ ਕਰਦੇ, ਇਹਨਾਂ ਨੂੰ ਨਾਲ ਲੈ ਕੇ ਕਿਉਂ ਚੱਲਣ? ਉਹ ਵਾਈ ਸ਼ੁੱਡ ਦੇ ਲੱਖੇ ਸਦਾਣਾ ਦੀ ਰੈਲੀ ਹੋਈ ਸੀ ਮਹਿਰਾਜ ਦੇ ਵਿੱਚ, ਕਾਫੀ ਇਕੱਠ ਉੱਥੇ ਹੋਇਆ ਸੀ, ਬਹੁਤ ਵੱਡਾ ਇਕੱਠ ਸੀ ਉੱਥੇ ਕਾਫੀ ਇਕੱਠ ਹੋਇਆ ਸੀ। ਕਹਿੰਦੇ ਸੀ ਕਿ ਨੌਜਵਾਨ ਜਿਹੜਾ ਹੈਗਾ ਲੱਖੇ ਸਦਾਣਾ ਦੀ ਸਪੋਰਟ ਵਿੱਚ ਹੈਗਾ, ਵੀ ਲੱਖੇ ਸਦਾਣਾ ਨੇ ਉਹਨੂੰ ਜਾਣ ਨਹੀਂ ਦੇਣਾ ਉੱਥੋਂ ਦੀ। ਵੈਰੀ ਗੁੱਡ। ਤੁਸੀਂ ਦੇਖੀ ਹੈ ਰੈਲੀ, ਫੋਟੋ ਦੇਖੀਆਂ ਜੇ? 90% 70 ਸਾਲ ਦੇ ਬੁੱਢੇ ਸੀ, 90% 50 ਸਾਲ ਤੋਂ ਉੱਪਰ ਸੀ ਸਾਰੇ। ਕਿਹੜਾ ਨੌਜਵਾਨ ਸੀ ਉੱਥੇ? ਉੱਥੇ ਕਾਂਗਰਸੀਆਂ ਦੇ ਐਮਐਲਏ ਦੇ ਭਰਾ ਵੀ ਬੈਠੇ ਹੋਏ ਸੀ, ਕਾਂਗਰਸੀਆਂ ਦੇ ਤੁਹਾਡਾ ਜਿੰਨਾ ਵੀ ਆ ਤੁਹਾਡਾ ਹੈਗਾ ਜੇ ਆਪਣਾ ਮਨਪ੍ਰੀਤ ਬਾਦਲ, ਲੱਖਾ ਸਦਾਣਾ ਇਹਦਾ ਹੀ ਚੱਲਿਆ ਨਾ, ਇਹਦੇ ਕਹੇ ਤੇ ਚੱਲਦਾ ਰਿਹਾ ਨਾ ਹੁਣ ਤੱਕ। ਜਿਹੜਾ ਉਹ ਜੋ ਟੈਕਸ ਲੈਂਦੇ ਰਹੇ ਨੇ ਮੰਡੀਆਂ ਤੋਂ, 4000 ਮੱਝ ਦੀ ਪਰਚੀ ਕੱਟਦੇ ਰਹੇ ਨੇ, 22-25-20 ਰੁਪਏ ਦੀ ਪਰਚੀ ਹੈ, ਹਜ਼ਾਰਾਂ ਕਰੋੜਾਂ ਰੁਪਏ ਕਮਾਏ ਨੇ, ਉਹ ਮਨਪ੍ਰੀਤ ਬਾਦਲ ਦੇ ਨਾਲ ਮਿਲ ਕੇ ਕਮਾਏ ਨੇ ਨਾ। ਤੇ ਇਕੱਠ ਵੀ ਇਹਨਾਂ ਦਾ ਹੀ ਸੀ। ਉਹ ਤਾਂ ਪਰਚੀਆਂ ਪਿਛਲੇ 5 ਸਾਲ ਤੋਂ ਕੱਟ ਰਹੇ, 10 ਸਾਲ ਤੋਂ ਪਹਿਲਾਂ ਅਕਾਲੀਆਂ ਦੇ ਟਾਈਮ ਤੇ ਵੀ ਕੱਟਦੇ ਸੀ। ਲੱਖਾਂ ਕਰੋੜਾਂ ਰੁਪਏ ਜਿਹੜੇ ਇਹਨਾਂ ਨੇ ਇਕੱਠੇ ਕੀਤੇ। ਸਪਾਂਸਰ ਸੀ ਰੈਲੀ ਮਹਿਰਾਜ, ਕਿਸੇ ਪਾਰਟੀ ਵੱਲੋਂ ਲਗਾਈ ਗਈ ਸੀ ਕਿ ਲੱਖੇ ਸਦਾਣਾ ਵੱਲੋਂ? ਸਪਾਂਸਰਡ ਬਾਈ ਕਾਂਗਰਸ ਪਾਰਟੀ। ਬੰਦਾ ਦੇਖੋ, ਤੁਸੀਂ ਬੜੇ ਸਿਆਣੇ ਬੰਦੇ ਜੇ, ਮੇਰੇ ਤੇ 1 ਲੱਖ ਰੁਪਏ ਦਾ ਨਾਮ ਹੋਵੇ, 1 ਲੱਖ ਰੁਪਏ ਦਾ ਨਾਮ, ਔਰ ਕਿਹਦੇ ਦੁਆਰਾ ਨਾਮ ਹੋਵੇ? ਕਿਸੇ ਐਸਐਸਪੀ ਦੁਆਰਾ ਨਹੀਂ, ਗਵਰਨਮੈਂਟ ਆਫ ਇੰਡੀਆ ਵੱਲੋਂ। ਤੇ ਸਾਰੇ ਏਜੰਸੀਆਂ ਜਿਹੜੀਆਂ ਨੇ ਮੇਰੇ ਪਿੱਛੇ ਲੱਗੀਆਂ ਹੋਣ, ਤੇ ਮੈਂ ਸ਼ਰੇਆਮ 3 ਦਿਨ ਫੇਸਬੁੱਕ ਤੇ ਆ ਕੇ ਲਾਈਵ ਕਹਿਣਾ ਕਿ ਮੈਂ ਉੱਥੇ ਆਊਂਗਾ ਔਰ ਭਾਸ਼ਣ ਦਿਆਂਗਾ, ਤੇ ਫਿਰ ਉਹ ਤੁਹਾਨੂੰ ਫੜ ਨਾ ਸਕੀਆਂ ਹੋਣ ਰਾਹ 'ਚ, ਤੁਹਾਨੂੰ ਟਰੇਸ ਨਾ ਕਰ ਸਕੀਆਂ ਹੋਣ, ਫਿਰ ਤੁਸੀਂ ਸਟੇਜ ਤੇ ਆ ਜਾਓ, ਫਿਰ ਤੁਸੀਂ ਉਸੇ ਭਾਸ਼ਣ ਕਰਕੇ ਫਿਰ ਲਲਕਾਰੋ ਕਿ ਜਿੰਦੀ ਹਿੰਮਤ ਆ ਜਾਓ, ਫਿਰ ਤੁਸੀਂ ਉੱਥੋਂ ਆਰਾਮ ਨਾਲ ਫਿਰ ਚਲੇ ਜਾਓ। ਅੱਜ ਤੱਕ ਤੁਹਾਨੂੰ ਫਿਰ ਨਹੀਂ ਫੜ ਸਕਿਆ, ਤੇ ਕਿਹਨੂੰ ਬੇਵਕੂਫ ਬਣਾ ਰਹੇ ਜੇ? whom you are trying to fool? ਭਵਿੱਖ ਦੇਖਦੇ ਨੌਜਵਾਨ ਕਹਿੰਦੇ ਸਾਡਾ ਭਵਿੱਖ ਆਉਣ ਵਾਲਾ ਹਾਂ, ਲੱਖੇ ਸਦਾਣਾ ਤੇ ਦੀਪ ਸਿੱਧੂ 'ਚ। ਠੀਕ ਹੈ, ਤੇ ਫਿਰ ਬੀਜੇਪੀ ਨਾਲ ਰਲ ਜਾਓ, ਤੁਹਾਡਾ ਭਵਿੱਖ ਉਹਦੇ ਨਾਲ ਹੀ ਆਣਾ। ਤੁਸੀਂ ਕਿੱਦਾਂ ਸ਼ੋਅ ਕਿ ਬੀਜੇਪੀ ਦੇ ਦੋਨੋਂ ਬੰਦੇ ਨੇ? ਤੁਸੀਂ ਕਿਸ ਤਰੀਕੇ ਨਾਲ ਸ਼ੋਅ ਕਰ ਸਕਦੇ ਹੋ? ਤੁਸੀਂ ਮੈਨੂੰ ਦੱਸੋ। ਮੈਂ ਘੰਟਾ ਤੁਹਾਨੂੰ ਭਾਸ਼ਣ ਕੀਤਾ ਵੀ ਲੱਖਾ ਸਦਾਣੇ ਨੂੰ ਫੜੇ, ਹਿੰਦੁਸਤਾਨ ਦੀ ਏਜੰਸੀਆਂ ਨਹੀਂ ਫੜ ਸਕਦੀਆਂ, ਇਹਨਾਂ ਨੇ ਪਾਕਿਸਤਾਨ ਨਾਲ ਸਵਾਲ ਲੜਨਾ, ਚਾਈਨਾ ਨਾਲ ਸਵਾਲ ਲੜਨਾ। ਇੱਕ ਲੱਖਾ ਸਦਾਣਾ, ਫਿਰ ਤਾਂ ਪਾਕਿਸਤਾਨ ਲੱਖਾ ਸਦਾਣਾ ਚਲਾ ਗਿਆ ਤੇ ਲੱਖਾ ਸਦਾਣਾ ਹਿੰਦੁਸਤਾਨ ਤੇ ਵੀ ਕਬਜ਼ਾ ਕਰ ਲੂ। ਜੇ ਲੱਖਾ ਸਦਾਣਾ ਐਡਾ ਵੱਡਾ ਹਿੰਦੁਸਤਾਨ ਦੇ ਉੱਤੇ ਬਣ ਗਿਆ ਹੈ, ਤੇ ਲੱਖਾ ਸਦਾਣਾ ਨੂੰ ਜੇ ਪਾਕਿਸਤਾਨ ਲੈ ਜਾਏ ਤਾਂ ਮਤਲਬ ਉਹ ਤੋਂ ਹਿੰਦੁਸਤਾਨ ਤੇ ਕਬਜ਼ਾ ਕਰ ਲੂਗਾ। ਵੈਰੀ ਗੁੱਡ, ਕਮਾਲ ਹੈ। ਇੰਨਾ ਤੁਸੀਂ ਲਲਕਾਰੋ ਸਟੇਟ ਨੂੰ, ਤੇ ਫਿਰ ਤੁਹਾਨੂੰ ਫੜ ਨਾ ਸਕੇ। ਉਹ ਦੀਪ ਸਿੱਧੂ ਨੂੰ ਲੀਡਰ ਬਣਾਇਆ, ਦੀਪ ਸਿੱਧੂ ਫੇਲ ਹੋ ਗਿਆ, ਲੱਖੇ ਸਦਾਣਾ ਨੂੰ ਬਣਾ ਰਹੇ ਨੇ ਮੁੜ ਕੇ, ਇਹਨੂੰ ਫੜ ਕੇ ਇਹਨੂੰ ਵੀ ਅੰਦਰ ਦੇ ਕੇ ਇਹਨੂੰ ਜ਼ੀਰੋ ਕਰ ਦੇਣਗੇ। ਜਦੋਂ ਦੀਪ ਸਿੱਧੂ ਬਾਹਰ ਆ ਜਾਏਗਾ, ਲੱਖਾ ਸਦਾਣਾ ਫੜ ਲੈਣਗੇ। ਇਹ ਤਾਂ ਗੇਮਾਂ ਇੰਟੈਲੀਜੈਂਸ ਏਜੰਸੀਆਂ ਦੀ। ਇਹ ਸਰਕਾਰ ਗੇਮਾਂ ਖੇਡਦੀ, ਮੈਂ ਹੋਰ ਕਿਹਨਾਂ ਗੇਮਾਂ ਖੇਡਣੀਆਂ? ਮੈਂ ਖੇਡ ਰਿਹਾ ਗੇਮਾਂ। ਇਹ ਤੁਸੀਂ ਸਿਆਸਤਦਾਨ 'ਚ ਪਕੜ ਦਿਖਦੇ ਹੋ, ਮੈਂ ਤਾਂ ਤੁਹਾਨੂੰ ਬਾਬਤ ਜ਼ਿਕਰ ਕਰ ਰਿਹਾ ਕਿ ਤੁਸੀਂ ਇਹ ਚੀਜ਼ ਨੂੰ ਸਮਝਾ ਸਕਦੇ ਹੋ, ਕਿਉਂਕਿ ਯੂਥ ਜਿਹੜਾ ਹੁਣ ਵੀ ਕਹਿ ਰਿਹਾ ਕਿ ਲੱਖੇ ਸਦਾਣਾ ਠੀਕ ਆ, ਕੋਈ ਵਿਅਕਤੀ ਕਿਸੇ ਪਾਸੇ ਜਾ ਸਕਦਾ, ਪਰ ਰੋਕ ਨਹੀਂ ਸਕਦੇ, ਕੋਈ ਪਾਰਟੀ ਵੀ ਲਿਆ ਸਕਦਾ, ਤਾਂ ਵੀ ਕਿਸੇ ਨੂੰ ਕੋਈ ਰੋਕ ਨਹੀਂ ਸਕਦਾ। ਪਰ ਚੀਜ਼ਾਂ ਨੂੰ ਸਮਝਣ ਦੀ ਲੋੜ ਹੈ ਵੀ ਕਿਵੇਂ ਹੋਈਆਂ ਨੇ, ਕਿਵੇਂ ਵਾਪਰ ਰਹੀਆਂ ਨੇ। ਯੂਥ ਦੇ ਵਿੱਚ ਲੱਖਾ ਸਦਾਣਾ ਉਧਰ ਕਾਫੀ ਮਾਲ ਵਿੱਚ ਵਿਚਰਿਆ ਹੋਇਆ, ਤੇ ਹੋ ਸਕਦਾ ਉਹਨਾਂ ਨੂੰ ਲੱਖਾ ਸਦਾਣਾ ਅੱਛਾ ਲੱਗਦਾ ਹੋਵੇ, ਚੰਗਾ ਲੱਗਦਾ ਹੋਵੇ। ਹਾਂਜੀ, ਤੇ ਲੇਕਿਨ ਉਹਨਾਂ ਨੂੰ ਸਮਝਣਾ ਚਾਹੀਦਾ ਨਾ, ਇੰਟੈਲੀਜੈਂਸ ਵੀ ਤਾਂ ਸਮਝਣੀ ਚਾਹੀਦੀ ਹੈ, ਤੇ ਪਿੱਛੇ ਬੈਕਗਰਾਉਂਡ ਸਮਝਣੀ ਚਾਹੀਦੀ ਹੈ। ਤੇ ਲੱਖਾ ਸਦਾਣੇ ਨੂੰ ਹੀਰੋ ਬਣਾ ਰਹੀ ਹੈ ਸਰਕਾਰ, ਤੇ ਵੀ ਇਹ ਇੱਕ ਅੱਛਾ ਭਲਾ ਨੌਜਵਾਨ 25 ਸਾਲ ਦਾ ਮੁੰਡਾ ਕਿਉਂ ਨਹੀਂ ਇਹ ਸਮਝਦਾ ਕਿ ਸਰਕਾਰ ਨੂੰ ਚੈਲੰਜ ਕਰਕੇ ਵੀ ਇਹਨੂੰ ਕੋਈ ਨਹੀਂ ਫੜ ਸਕਦਾ, ਕਿ ਉਹ ਇਹਨੂੰ ਹੀਰੋ ਮੰਨ ਕੇ ਉਹਦਾ ਪਿੱਛਾ ਕਰ ਰਹੇ ਨੇ। ਕਿ ਉਹਨੂੰ ਸਮਝਣਾ ਚਾਹੀਦਾ ਵੀ ਇਹ ਤਾਂ ਚਲਾਕ ਆਦਮੀ ਹੈ, ਕੋਈ ਇਹ ਤਾਂ ਸਰਕਾਰ ਦਾ ਏਜੰਟ ਲੱਗਦਾ ਕੋਈ, ਨਹੀਂ ਤਾਂ ਫੜਨ ਤੇ 1 ਸਕਿੰਟ 'ਚ ਉੱਥੋਂ ਇਹਨੂੰ ਲੰਘਣ ਕੌਣ ਦਿੰਦਾ? ਸਟੇਟ ਪੁਲਿਸ ਇਹਨੂੰ ਕਿਉਂ ਜਾਣ ਦਿੰਦੀ? ਸਟੇਟ ਪੁਲਿਸ ਇਹਨੂੰ ਕਿਉਂ ਜਾਣ ਦਿੰਦੀ? ਉੱਥੇ ਨਹੀਂ ਫੜ ਸਕਦੇ, ਠੀਕ ਹੈ, 10 ਕਿਲੋਮੀਟਰ ਦੂਰ ਫੜ ਲੈਂਦੀ, ਪਿੱਛੇ ਲਾ ਕੇ ਗੱਡੀਆਂ ਅੱਗੇ ਵਾਇਰਲੈਸ ਕਰਦੀ, ਆ ਰਿਹਾ ਜੇ ਫੜ ਲਓ, ਫੜ ਲੈਂਦੀ। ਇੰਟੈਲੀਜੈਂਸ ਏਜੰਸੀਆਂ ਸੈਂਟਰ ਵਾਲੀ ਮੈਂ ਹੀ ਫੜ ਸਕਦੀਆਂ ਸੀ। ਤੋ ਵਿਕਰਮ ਮਜੀਠੀਆ ਨੂੰ ਪਤਾ ਕਿ ਇਹ ਜਿਹੜਾ ਸਿਰਸਾ ਉੱਥੇ ਨਾਂ ਲੈ ਰਿਹਾ, ਸਾਡੇ ਵਾਸਤੇ ਤਾਂ ਪੰਜਾਬ 'ਚ ਬੜਾ ਡੈਮੇਜਿੰਗ ਹੈ। ਜਿੰਨਾ ਦੀਪ ਸਿੱਧੂ ਦਾ ਨਾਂ ਲਏਗਾ, ਤੇ ਸਾਡੇ ਨਾਲ ਕਲੱਬ ਕਰਕੇ ਪਹਿਲਾਂ ਹੀ ਅਸੀਂ ਮਰੇ ਪਏ ਹਾਂ, ਸਾਡੀ ਪਾਰਟੀ ਦਾ ਪਹਿਲਾਂ ਹੀ ਸਤਿਆਨਾਸ਼ ਹੋਇਆ ਪਿਆ, ਤੇ ਦੀਪ ਸਿੱਧੂ ਨੂੰ ਨਾਲ ਲੈ ਕੇ ਤੇ ਹੋਰ ਸਾਨੂੰ ਇੰਟੈਲੀਜੈਂਸ ਦਾ ਬਣਾ ਦੇਣਗੇ। ਤੇ ਉਹ ਸਿਆਣਾ ਹੈ, ਉਹਨੇ ਠੀਕ ਉਹਨੂੰ ਕਮੈਂਟ ਕੀਤਾ ਕਿ ਤੂੰ ਭੱਜਾ, ਅਸੀਂ ਦੀਪ ਸਿੱਧੂ ਦਾ ਨਾਮ ਵੀ ਲੈਂਦੇ ਇੱਥੇ। ਉਹਨੇ ਸਿਰਸੇ ਨੂੰ ਠੀਕ ਠੋਕਿਆ। ਦੀਪ ਸਿਰਸਾ ਬੀਜੇਪੀ ਦੀ ਬੋਲੀ ਬੋਲਦਾ,
ਇਹਨੂੰ ਰਿਐਲਿਟੀ ਪਤਾ, ਗਰਾਊਂਡ ਰਿਐਲਿਟੀ ਪਤਾ ਵਿਕਰਮ ਮਜੀਠੀਆ ਨੂੰ। ਇਹ ਗਰਾਊਂਡ ਰਿਐਲਿਟੀ ਕਰਕੇ ਬੋਲ ਰਿਹਾ ਕਿ ਸਾਡਾ ਦੀਪ ਸਿੱਧੂ ਨਾਲ ਕੋਈ ਲੈਣਾ ਲੈਣਾ ਨਹੀਂ। ਜੇ ਦੀਪ ਸਿੱਧੂ ਬਾਅਦ ਆ ਜਾਂਦਾ, ਕਿ ਜੇ ਤੀਜਾ ਫਰੰਟ ਕੱਲ੍ਹ ਨੂੰ ਨਿਕਲ ਜਾਂਦਾ ਦੀਪ ਸਿੱਧੂ ਜਾਂ ਹੋਰ ਸਿਆਸੀ ਪਾਰਟੀ ਵੱਲੋਂ, ਲੱਗਦਾ ਕਿ ਹੁੰਗਾਰਾ ਮਿਲੂਗਾ? ਦੀਪ ਸਿੱਧੂ ਨੂੰ ਇੱਥੇ ਕੌਣ ਹੰਗਾਰਾ ਦੇਗਾ? ਜੇ ਹੁਣ ਵੀ ਦੀਪ ਸਿੱਧੂ ਨੂੰ ਲੋਕੀ ਹੰਗਾਰਾ ਦੇਣਗੇ ਜਿਹਨੇ ਸਾਰੇ ਮੂਵਮੈਂਟ ਦਾ ਸਤਿਆਨਾਸ਼ ਕੀਤਾ, ਫਿਰ ਤਾਂ ਕੋਈ ਮੈਂਟਲੀ ਖਰਾਬੀ ਹੋਏਗੀ ਜਿਹਨੇ ਉਹੀ ਦੀਪ ਸਿੱਧੂ ਨਾਲ ਚੱਲੇਗਾ। ਬਾਕੀ ਆਮ ਤਾਂ ਲੋਕੀ ਕੋਈ ਨਹੀਂ ਚੱਲ ਸਕਦੇ। ਮੇਰਾ ਆਖਰੀ ਸਵਾਲ 2022 ਨੂੰ ਕਿੱਦਾਂ ਦੇਖਦੇ ਹੋ? ਕੋਈ ਤੀਜੇ ਫਰੰਟ ਦੀ ਆਸ ਹੈਗੀ ਹੈ? ਬਿਲਕੁਲ ਤੀਜੇ ਫਰੰਟ ਦੀ ਆਸ ਕਿਉਂ ਨਹੀਂ ਹੈਗੀ? ਹੋਰ ਅਸੀਂ ਕਾਹਦੇ ਵਾਸਤੇ ਸ਼ੇਰੇ ਪੰਜਾਬ ਕਿਸਾਨ ਵਿਕਾਸ ਪਾਰਟੀ ਬਣਾਈ ਬੈਠੇ ਹਾਂ? ਜੇ ਆਸ ਹੈ ਤਾਂ ਹੀ ਬਣਾਈ ਬੈਠੇ ਹਾਂ ਨਾ, ਤਾਂ ਹੀ ਲੋਕਾਂ 'ਚ ਦਿਨ ਰਾਤ ਫਿਰਦੇ ਹਾਂ। ਆਸ ਕਿਉਂ ਨਹੀਂ ਹੈਗੀ? ਪੱਕਾ ਆਸ ਹੈ ਕਿ ਜਦੋਂ ਸਾਨੂੰ ਇਹ ਪਤਾ ਹੈ, ਦੇਖੋ ਜਿਵੇਂ ਵਿਕਰਮ ਮਜੀਠੀਆ ਨੂੰ ਪਤਾ, ਸਾਨੂੰ ਵੀ ਪਤਾ ਹੈ ਕਿ ਅਕਾਲੀਆਂ ਨੂੰ ਵੀ ਕਿਸੇ ਨੇ ਪਿੰਡ 'ਚ ਨਹੀਂ ਵੜਨ ਦੇਣਾ ਤੇ ਕਾਂਗਰਸ ਨੂੰ ਵੀ ਕਿਸੇ ਨੇ ਪਿੰਡ 'ਚ ਨਹੀਂ ਵੜਨ ਦੇਣਾ। ਇਹ ਜੋ ਮਰਜ਼ੀ ਇੱਥੇ ਬਹਿਸਾਂ ਕਰਦੇ ਨੇ ਟੈਲੀਵਿਜ਼ਨਾਂ ਤੇ ਆਮ ਆਦਮੀ ਪਾਰਟੀ ਨੂੰ ਵੀ ਕਿਸੇ ਨੇ ਪਿੰਡ 'ਚ ਨਹੀਂ ਵੜਨ ਦੇਣਾ, ਤੇ ਨਵੇਂ ਹੀ ਆਉਣਗੇ ਨਾ। ਮੈਂ ਆਖਰੀ ਕਮੈਂਟ ਲੈਣਾ ਚਾਹਾਂਗਾ। ਸਿਮਰਨਜੀਤ ਸਿੰਘ ਮਾਨ ਜੀ ਨੇ ਗੱਲ ਕੀਤੀ ਸੀ ਕਿ ਜੋ ਸਿੱਖ ਨੇ ਸਿਕਿਉਰਟੀਆਂ ਤੋੜਦੇ ਆਏ ਨੇ ਸਨ 47 ਤੋਂ, ਇਹ ਬਿਆਨ ਕਿੱਦਾਂ ਦੇਖਦੇ ਹੋ ਉਹਨਾਂ ਦਾ? ਕਿਤੇ ਨਾ ਕਿਤੇ ਲਾਲ ਕਿਲ੍ਹੇ ਵੱਲ ਇਸ਼ਾਰਾ ਜਾਂਦਾ। ਉਹ ਇਸ਼ਾਰਾ ਕਿਤੇ ਵੀ ਕਰ ਸਕਦਾ ਭਾਈ। ਉਹਨੇ 89 ਤੋਂ ਲੈ ਕੇ ਬੇੜਾ ਗਰਕ ਕੀਤਾ, ਸਾਰੇ ਸਾਡੇ ਮੂਵਮੈਂਟ ਦਾ ਬੇੜਾ ਗਰਕ ਕੀਤਾ। ਉਹਨੇ ਸਾਰਿਆਂ ਨੂੰ ਫੇਲ ਕੀਤਾ, ਉਹਨੇ ਫੈਡਰੇਸ਼ਨ ਫੇਲ ਕੀਤੀ, ਉਹਨੇ ਸਾਰੀ ਦੁਨੀਆ ਨੂੰ ਫੇਲ ਕੀਤਾ। ਤੇ ਉਹਦੇ ਤੋਂ ਮੈਂ ਕੀ ਸੇਧ ਲੈਣੀ ਹੈ? ਮੈਂ ਤਾਂ ਉਹਦੇ ਸਵਾਲ ਦਾ ਜਵਾਬ ਵੀ ਨਹੀਂ ਦੇਣਾ ਚਾਹੁੰਦਾ, ਚੰਗਾ ਹੀ ਨਹੀਂ ਸਮਝਦਾ ਉਹਦੇ ਸਵਾਲ ਦਾ ਜਵਾਬ ਦੇਣਾ ਚਾਹੁੰਦਾ। ਅਗਰ ਸਾਡਾ 1.5 ਲੱਖ ਮੁੰਡਾ ਮਰਿਆ ਹੈ ਨਾ, ਉਹ ਇਹ ਸਿਮਰਨਜੀਤ ਮਾਨ ਦੀ ਬਦੌਲਤ ਹੀ ਮਰਿਆ। ਬੇਅੰਤ ਸਿੰਘ ਦੀ ਸਰਕਾਰ ਕਦੀ ਆ ਸਕਦੀ ਸੀ? ਜੇ ਇਹ ਸ਼ਦਾਈ ਨਾ ਹੁੰਦਾ, ਬੇਅੰਤ ਸਿੰਘ ਕਿਵੇਂ ਆ ਗਿਆ? ਇਹਦੀ ਬਦੌਲਤ ਆਇਆ ਨਾ। ਤੇ ਮੁੰਡੇ ਕਿਵੇਂ ਮਰੇ? ਬੇਅੰਤ ਸਿੰਘ ਨੇ ਤੇ ਮਾਰੇ ਨਾ ਆ ਕੇ। ਤੇ ਕੌਣ ਜ਼ਿੰਮੇਵਾਰ ਹੈ? ਅਸੀਂ ਬਾਈਕਾਟ, ਅਸੀਂ ਇਲੈਕਸ਼ਨ ਨਹੀਂ ਲੜਨੀ, ਅਸੀਂ ਪਾਵਰ ਹੀ ਨਹੀਂ ਲੈਣੀ। ਕੌਣ ਜ਼ਿੰਮੇਵਾਰ ਹੈ? ਤੁਹਾਡੇ ਘਰ ਚੀਫ ਪ੍ਰਾਈਮ ਮਿਨਿਸਟਰ ਆਵੇ, ਤੁਸੀਂ ਭਜਾ ਦਿਓ। ਹੋਮ ਮਿਨਿਸਟਰ ਨੂੰ ਮੈਂ ਲੈ ਕੇ ਆਇਆ, ਭਜਾ ਦਿਓ ਤੁਸੀਂ ਉਹਨਾਂ ਨੂੰ। ਤੋ ਇਹਦੇ ਬਾਰੇ ਕੀ ਗੱਲ ਕਰਨੀ ਹੈ? ਇਹਦੇ ਬਾਰੇ ਇਹ ਜੋ ਮਰਜ਼ੀ ਬਿਆਨ ਦਿੰਦੇ ਰਹੇ, ਵੀ ਡੋਂਟ ਟੇਕ ਸੀਰੀਅਸਲੀ। ਤੁਸੀਂ ਸਾਰੀ ਗੱਲਬਾਤ ਸੁਣੀ ਹੈ। ਸਾਡੇ ਨਾਲ ਮੌਜੂਦ ਸਨ ਕੈਪਟਨ ਚੰਨਨ ਸਿੰਘ, ਜਿਨ੍ਹਾਂ ਨੂੰ ਕਾਫੀ ਲੰਮਾ ਤਜਰਬਾ ਹੈ। ਇੰਟਰਵਿਊ ਤਾਂ ਕੀਤਾ ਗਿਆ ਸੀ ਕਿ ਜਿੰਨਾ ਵਿਅਕਤੀ ਸਿਆਸਤ ਵਿੱਚ ਤਜਰਬਾ ਰੱਖਦਾ, ਉਹਨਾਂ ਹੀ ਗੱਲਾਂ ਜਾਂ ਉਹਨਾਂ ਪਾਰਟੀ ਬਾਰੇ ਪਤਾ ਹੁੰਦਾ ਵੀ ਕਿਹੜੀ ਰਾਜਨੀਤੀ ਪਾਰਟੀ ਕਦੋਂ ਕੋਈ ਚਾਲ ਚੱਲਦੀ ਹੈ, ਕਿਹੜੀ ਰਾਜਨੀਤੀ ਪਾਰਟੀਆਂ ਮੋਹਰਾ ਫਿੱਟ ਕਰਦੀਆਂ ਨੇ। ਉਹਨਾਂ ਨੂੰ ਜਾਣਨ ਦੀ ਕੋਸ਼ਿਸ਼ ਕੀਤੀ ਹੈ ਕਿ ਸਾਰਾ ਬਿਤਾਂਤ ਵਾਪਰਿਆ ਕਿੱਦਾਂ, ਕਿਸ ਤਰੀਕੇ ਨਾਲ ਸ਼ੰਭੂ ਮੋਰਚਾ ਲੱਗਦਾ, ਦਿੱਲੀ ਦੀ ਘਟਨਾ 'ਤੇ ਵੀ ਚਾਨਣਾ ਪਾਇਆ, ਤਾਂ ਕਿ ਯੂਥ ਨੂੰ ਵੀ ਸਮਝ ਲੱਗ ਸਕੇ ਤੇ ਆਮ ਲੋਕਾਂ ਨੂੰ ਵੀ ਸਮਝ ਲੱਗ ਸਕੇ ਕਿ ਸਿਆਸਤ ਕਿਹੜੇ ਪਾਸੇ ਘੁੰਮਦੀ ਹੈ। ਸਿਆਸੀ ਪਾਰਟੀ ਜਦੋਂ ਕਿਸੇ ਪਾਸੇ ਜਾਂਦੀ ਹੈ, ਜਾਂ ਸਿਆਸੀ ਪਾਰਟੀ ਜਿੱਥੇ ਆਉਣਾ ਚਾਹੁੰਦੀ ਹੈ, ਜਿੱਤਣਾ ਚਾਹੁੰਦੀ ਹੈ, ਕਿਸ ਹੱਦ ਤੱਕ ਜਾ ਸਕਦੀ ਹੈ।